गुरु अर्जन विघ्नन के नाशक, विघ्नन के नाशक। गुरु हर गोबिंद शुभ मत प्रकाशक, शुभ मत प्रकाशक। गुरु हर राय नमो कर जोरी, नमो कर जोरी। गुरु हर कृष्ण मनाए बहोरी, मनाए बहोरी। तेग बहादुर परम कृपाला, जी परम कृपाला। गुरु गोबिंद सिंह विसाला, गुरु गोबिंद सिंह विसाला। तरों तरापुर पुन पुन सीसाई, पुन पुन सीसा। बंदों बार बार जगदीशा, बंदों बार बार जगदीशा। श्री गुरु ग्रंथ साहिब महाराज जी की पावन पवित्र हजूरी अंदर शाम दे सजे हुए दीवाना अंदर जुड़ बैठी गुरु प्यारी गुरु सवारी साध संगत जी। मनुखी घाड़त नूं घड़न वास्ते, मनुख नूं अपने मन नूं सीधे मार्ग ते तोरन वास्ते कुछ यतन करने पैंदे ने। जिवें शरीर की संभाल वास्ते मनुख दिन रात प्रशादा कमाउंदा है, दिन रात प्रयत्न करता है, घर बनाउंदा है, वस्त्र खरीददा है। ये सारे का सारा लाहा शरीर लई कीता जांदा है। दूजे बन्ने शरीर बीमार हो जाए, इसनूं ठीक करन दे लई इहदे कई साधन मनुख जुटाउंदा है, कई दवाइयां वेखदा है। इवें इसे तरीके नाल जदों मनुख दा मन वकारां दी मैल दे नाल भरिया जांदा है, और जिवें विकारां दी मैल मनुख दे मन दे उत्ते चिंबड़दी जांदी है, तिवें तिवें मनुख दे अंदरों विवेक बुद्धि खत्म होनी शुरू हो जाती है। इस करके जदों मनुख अज्ञानता दे वस होके अपने निजी स्वरूप नूं भुल के सिर्फ ते सिर्फ अखां दे स्वाद हित अखां दे दृश्यां नूं वेखण लई, कन्नां दे थाणी सिर्फ ते सिर्फ निंदा चुगली नूं सुणन दे विच रस माणदा है, और जिहबा नूं सिर्फ पदार्थां दा रस माणन लई वरतदा है। पर जिवें मनुख दे अंदर थोड़ा जिहा ज्ञान प्रगट हुंदा है, इस दे अंदर वैराग्या बनदा है, वैराग बनदा है। जदों वैराग इस दे अंदर पैदा होएगा, उस दिन मनुख धर्म की दुनिया में पहला कदम रखता है। जदों तई दुनिया वाले बन्नों मनुख नूं वैराग नहीं पैदा होया, उदासी नहीं पैदा हुई, उदों तई मनुख परमेश्वर नाल नहीं जुड़ सकता। उदों तई दुनियावी खिच मनुख नूं खिच्ची रखती है, और ऐसी एक खिच है गुरबाणी दे विच महाराज कहंदे ने माया दे जिहड़े चित्र ने बड़े ही विचित्र हैं, जिहड़े मनुख नूं मोह लैंदे ने।
ਜਿਸ ਦਾ ਇਹਨੇ ਜਨਮ ਲਿਆ ਹੈ, ਜਨਮ ਲੈਣ ਤੋਂ ਦੁੱਧ ਨਾਲ ਪ੍ਰੀਤ ਬਣੀ, ਹੌਲੀ ਹੌਲੀ ਮਾਂ ਨਾਲ ਬਣੀ, ਪਿਤਾ ਨਾਲ ਬਣੀ, ਭਰਾਵਾਂ ਨਾਲ ਬਣੀ, ਰਿਸ਼ਤੇਦਾਰਾਂ ਨਾਲ ਬਣੀ। ਜਿਵੇਂ ਜਿਵੇਂ ਪ੍ਰੀਤ ਬਣਦੀ ਗਈ, ਮਨੁੱਖ ਸਿਰਫ ਤੇ ਸਿਰਫ ਆਪਣੇ ਸਰੀਰ ਤੇ ਹੀ ਸੀਮਿਤ ਰਹਿ ਗਿਆ। ਇਸ ਦਾ ਮੂਲ ਟਿਕਾਣਾ ਕੀ ਹੈ? ਧਰਤੀ ਦੇ ਇਹਦਾ ਮੂਲ ਪ੍ਰਯੋਜਨ ਕੀ ਹੈ? ਮਨੁੱਖ ਨੂੰ ਆਪਣਾ ਪ੍ਰਯੋਜਨ ਭੁੱਲ ਗਿਆ। ਸਾਧ ਸੰਗਤ ਯਾਦ ਰੱਖਣਾ, ਜੇ ਕੋਈ ਗੱਡੀ ਰੋਡ ਤੇ ਜਾਂਦੀ ਹੋਏ, ਕੋਈ ਬੱਸ ਜਾ ਰਹੀ ਹੋਏ, ਜੇ ਉਹ ਬੱਸ ਦੀ ਮੰਜ਼ਿਲ ਹੀ ਕੋਈ ਨਾ ਹੋਏ, ਐਵੇਂ ਫਿਰ ਜਿਹੜਾ ਪੈਟਰੋਲ ਹੈ ਫੂਕਿਆ ਜਾਏਗਾ, ਡੀਜ਼ਲ ਐਵੇਂ ਹੀ ਖਰਾਬ ਜਾਂਦਾ ਹੈ, ਉਸ ਡੀਜ਼ਲ ਕਿਸੇ ਵੀ ਕੰਮ ਨਹੀਂ ਆਉਂਦਾ। ਇਸੇ ਤਰੀਕੇ ਨਾਲ ਸਾਧ ਸੰਗਤ ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ ਸਵਾਸਾਂ ਦੀ ਪੂੰਜੀ ਫੜੀ ਬੈਠਾ ਹੈ। ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਸਹੀ ਪ੍ਰਯੋਜਨ ਤੇ ਨਾ ਲਾਇਆ, ਸਵਾਸ ਇਵੇਂ ਬਰਬਾਦ ਚਲੇ ਜਾਣਗੇ। ਇਸ ਕਰਕੇ ਸਤ ਸੰਗਤ ਦੇ ਵਿੱਚ ਆ ਕੇ ਮਨੁੱਖ ਨੂੰ ਆਪਣੇ ਪ੍ਰਯੋਜਨ ਦਾ ਪਤਾ ਲੱਗਦਾ ਹੈ। ਜ਼ਿੰਦਗੀ ਦੇ ਵਿੱਚ ਇਹ ਕਰਨ ਕੀ ਆਇਆ ਹੈ? ਕਿਉਂਕਿ ਜਿਹੜਾ ਨਾਲ ਨਾਲ ਮਨੁੱਖ ਆਪਣੇ ਜੀਵਨ ਨੂੰ ਸਿੱਧਾ ਰੱਖਣ ਦੇ ਲਈ, ਸਮਾਜਿਕ ਤੌਰ ਤੇ ਜਿੰਦਾ ਰੱਖਣ ਲਈ ਧਨ ਪਦਾਰਥ ਕਮਾਉਂਦਾ ਹੈ, ਉਵੇਂ ਅਧਿਆਤਮਿਕ ਤੌਰ ਤੇ ਜਿੰਦਾ ਰੱਖਣ ਲਈ ਇਹਨੂੰ ਬੰਦਗੀ ਕਮਾਉਣੀ ਪੈਂਦੀ ਹੈ। ਜੇ ਸਮਾਜਿਕ ਤੌਰ ਤੇ ਧਨ ਨਹੀਂ ਕਮਾਏਗਾ, ਸਮਾਜਿਕ ਮੌਤ ਹੋ ਜਾਏਗੀ। ਜੇ ਅਧਿਆਤਮਿਕ ਤੌਰ ਤੇ ਬੰਦਗੀ ਨਹੀਂ ਕਰੇਗਾ, ਅਧਿਆਤਮਿਕ ਮੌਤ ਹੋ ਜਾਏਗੀ। ਇਸ ਕਰਕੇ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਹਰ ਬਿਸਰਤ ਤੇਰੇ ਗੁਣ ਗਲਿਆ। ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ, ਜਿਵੇਂ ਹਰੀ ਵਿਸਰਦਾ ਹੈ, ਮਨੁੱਖ ਦੇ ਅੰਦਰ ਦੇ ਜਿਹੜੇ ਸ਼ੁਭ ਗੁਣ ਨੇ, ਸਤ, ਸੰਤੋਖ, ਦਇਆ, ਧਰਮ, ਇਹ ਖਤਮ ਹੋ ਜਾਂਦੇ ਨੇ। ਜਿਸ ਮਨੁੱਖ ਦੇ ਅੰਦਰੋਂ ਦਇਆ ਚਲੀ ਗਈ, ਸਤ ਚਲਾ ਗਿਆ, ਸੰਤੋਖ ਚਲਾ ਗਿਆ, ਮਾਫ ਕਰਨਾ ਪਿੱਛੇ ਕੁਝ ਬਚਦਾ ਹੀ ਨਹੀਂ। ਜੇ ਮਨੁੱਖ ਦੇ ਅੰਦਰੋਂ ਇਹ ਸ਼ੁਭ ਗੁਣਾਂ ਨੂੰ ਵੱਖਰਾ ਕਰ ਦਈਏ, ਫਿਰ ਮਨੁੱਖ ਕਹਿਲਾਉਣ ਦੇ ਲਾਇਕ ਹੀ ਨਹੀਂ ਰਹਿੰਦਾ। ਇਸ ਕਰਕੇ ਮਨੁੱਖ ਦੇ ਅੰਦਰ ਮੇਨ ਪ੍ਰਯੋਜਨ, ਜ਼ਿੰਦਗੀ ਸਾਨੂੰ ਮਿਲੀ ਹੋਈ ਹੈ, ਮਨੁੱਖਾ ਸਰੀਰ ਮਿਲਿਆ ਹੋਇਆ ਹੈ, ਇਹ ਮਨੁੱਖਾ ਸਰੀਰ ਦਾ ਪ੍ਰਯੋਜਨ ਹੈ। ਨਹੀਂ ਸਾਧ ਸੰਗਤ, ਬੱਚੇ ਪਸ਼ੂ ਵੀ ਪੈਦਾ ਕਰਦੇ ਹਨ, ਬੱਚਿਆਂ ਨੂੰ ਪਾਲਦੇ ਵੀ ਨੇ ਔਰ ਪਸ਼ੂ ਚਲੇ ਵੀ ਜਾਂਦੇ ਨੇ। ਪਸ਼ੂ ਆਪਣੀ ਜ਼ਿੰਦਗੀ ਦੇ ਅੰਦਰ ਕੁਝ ਵੱਖਰਾ ਕਰਕੇ ਨਹੀਂ ਜਾਂਦੇ। ਇਸ ਕਰਕੇ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ। ਸਤ ਸੰਗਤ ਦੇ ਵਿੱਚ ਬੈਠ ਕੇ ਮਨੁੱਖ ਆਪਣੇ ਮਨ ਨੂੰ ਰੋਕਣ ਦੀਆਂ ਤਰਕੀਬਾਂ ਸੁਣਦਾ ਹੈ। ਮਨੁੱਖ ਦੇ ਮਨ ਦੇ ਅੰਦਰ ਚਾਹ ਪੈਦਾ ਹੁੰਦਾ ਹੈ, ਮੈਂ ਵੀ ਬੰਦਗੀ ਕਰਾਂ, ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਲਵਾਂ ਜਿਸ ਪਰਮੇਸ਼ਰ ਨੇ ਮੈਨੂੰ ਜੀਵਨ ਬਖਸ਼ਿਆ ਹੈ। ਜਿਸ ਪਰਮੇਸ਼ਰ ਨੇ ਅੱਖਾਂ ਦਿੱਤੀਆਂ, ਇਹ ਬੜੀ ਸੋਹਣੀ ਦੇਹੀ ਦਿੱਤੀ, ਇਸ ਦੇਹੀ ਦੇਣ ਵਾਲੇ ਪਰਮੇਸ਼ਰ ਨੂੰ ਯਾਦ ਕਰਕੇ ਆਪਣੀ ਜ਼ਿੰਦਗੀ ਦਾ ਜਿਹੜਾ ਮੁੱਖ ਪ੍ਰਯੋਜਨ, ਪ੍ਰਭੂ ਦੀ ਬੰਦਗੀ ਕਰਨੀ, ਪਰਮੇਸ਼ਰ ਦਾ ਨਾਮ ਲੈਣਾ, ਉਹ ਪ੍ਰਯੋਜਨ ਲਈ ਮਨੁੱਖ ਸਫਲ ਹੋ ਸਕੇ। ਇਸ ਕਰਕੇ ਮਨੁੱਖ ਸਤ ਸੰਗਤ ਕਰਦਾ ਹੈ। ਆਓ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਦੇ ਵਿੱਚੋਂ, ਉਹਨਾਂ ਦੇ ਇਤਿਹਾਸ ਚੋਂ ਸਿੱਖਿਆਵਾਂ ਲੈ ਰਹੇ ਹਾਂ। ਕਿਵੇਂ ਗੁਰੂ ਸਾਹਿਬ ਦੇ ਕੋਲ ਜਿਹੜੇ ਲੋਕ ਚੱਲ ਕੇ ਆਉਂਦੇ ਸਨ, ਕਿਉਂਕਿ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜਦੋਂ ਆਪਣੇ ਦਾਦਿਆਂ ਦੀਆਂ, ਪੁਰਖਾਂ ਦੀਆਂ ਜਾਂ ਚੰਗੇ ਇਨਸਾਨਾਂ ਦੀਆਂ ਕਹਾਣੀਆਂ ਮਨੁੱਖ ਸੁਣਦਾ ਹੈ, ਚੰਗੀਆਂ ਗੱਲਾਂ ਸੁਣਦਾ ਹੈ, ਇਹਦੇ ਮਨ ਦੇ ਅੰਦਰ ਚਾਹ ਪੈਦਾ ਹੁੰਦਾ, ਮਨਾ ਤੂੰ ਕਿਉਂ ਨਹੀਂ ਐਸਾ ਬਣ ਸਕਦਾ? ਤੇਰੇ ਅੰਦਰ ਵੀ ਇਹ ਗੁਣ ਪ੍ਰਗਟ ਹੋ ਸਕਦੇ ਨੇ। ਸਿਰਫ ਲੋੜ ਹੈ ਸਤ ਸੰਗਤ ਦੀ। ਤਾਂ ਹੀ ਮਹਾਰਾਜ ਸਾਹਿਬ ਨੇ ਕਿਹਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਨ੍ਹਾਂ ਨੂੰ ਸਤ ਸੰਗਤ ਮਿਲ ਜਾਂਦੀ ਹੈ, ਉਹ ਆਪਣੀ ਜ਼ਿੰਦਗੀ ਦੇ ਵਿੱਚ ਰਹਿੰਦੇ ਆ, ਦੁਨਿਆਵੀ ਜ਼ਰੂਰਤਾਂ ਵੀ ਪੂਰੀਆਂ ਕਰਦੇ ਨੇ, ਆਪਣਾ ਘਰਾਂ ਦਾ ਕੰਮ ਕਰਦਿਆਂ ਵੀ ਅਧਿਆਤਮਿਕ ਤੌਰ ਤੇ ਜੀਵੰਤ ਹੋ ਕੇ ਇਹ ਦੁਨੀਆ ਚੋਂ ਸੁਰਖਰੂ ਹੋ ਕੇ ਜਾਂਦੇ ਹਨ। ਆਓ ਹੁਣ ਅੱਗੇ ਜਿਵੇਂ ਮਹਾਰਾਜ ਉਪਦੇਸ਼ ਕਰਨਗੇ, ਬੜੇ ਸੰਜੀਦਗੀ ਨਾਲ, ਬੜੇ ਸ਼ਰਧਾ ਪਿਆਰ ਦੇ ਨਾਲ ਸਰਵਣ ਕਰੀਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਵੇਲਾ ਸਭ ਕਲ ਵਾਰੋ, ਪ੍ਰਭ ਸਿਮਰਨ ਕੋ ਨਾਮ ਸੰਭਾਰੋ। ਜਦੋਂ ਮਹਾਰਾਜ ਜੀ ਉਹ ਬੀਬੀ ਜਿਹੜੀ ਵਿਧਵਾ ਸੀ, ਆਪਣਾ ਬੱਚਾ ਉਸ ਦਾ ਪੂਰਾ ਹੋ ਗਿਆ ਹੈ, ਮਰੇ ਹੋਏ ਬੱਚੇ ਨੂੰ ਚੁੱਕ ਕੇ ਗੁਰੂ ਅਮਰਦਾਸ ਜੀ ਦੇ ਕੋਲ ਲੈ ਕੇ ਆਈ। ਸਾਹ ਨਹੀਂ ਸੱਚ ਚੱਲ ਰਹੇ, ਉੱਚੀ ਉੱਚੀ ਰੋ ਰਹੀ ਹੈ। ਅੰਮ੍ਰਿਤ ਵੇਲੇ ਦਾ ਟਾਈਮ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ, ਬੀਬੀ ਤੂੰ ਹੁਣ ਰੋ ਨਾ, ਅੰਮ੍ਰਿਤ ਵੇਲੇ ਦਾ ਟਾਈਮ ਹੈ। ਅੰਮ੍ਰਿਤ ਵੇਲਾ ਨਾਮ ਜਪਣ ਵਾਸਤੇ ਹੁੰਦਾ ਹੈ। ਤੂੰ ਚੁੱਪ ਕਰਕੇ ਪ੍ਰਭੂ ਦੀ ਬੰਦਗੀ ਕਰ। ਛਿਮਾ ਕਰੋ ਹੋਵਨ ਲਗ ਪ੍ਰਾਪਤੀ, ਉਤੇ ਸੂਰ ਤੇ ਦੁਖ ਹੋਏ ਹਾਥੀ। ਸਵੇਰ ਹੋਣ ਦੇ ਨਾਲ ਹੀ ਗੁਰੂ ਜੀ ਨੇ ਬਚਨ ਕੀਤਾ ਹੈ, ਜਿਵੇਂ ਸਵੇਰ ਹੋਏਗੀ, ਸਵੇਰ ਹੋਣ ਦੇ ਨਾਲ ਹੀ ਜੋ ਵੀ ਤੈਨੂੰ ਦੁੱਖ ਹੈ ਉਹ ਦੁੱਖ ਦੂਰ ਹੋ ਜਾਏਗਾ। ਬੱਲੂ ਸੁਣ ਕਰ ਬਾਹਰ ਆਇਓ, ਦੇਖ ਬ੍ਰਿਤਾ ਕੋ ਤਬ ਸਮਝਾਇਓ। ਭਾਈ ਬੱਲੂ ਜੀ ਨੇ ਗੁਰੂ ਸਾਹਿਬ ਜੀ ਦਾ ਇਹ ਬਚਨ ਸੁਣਿਆ। ਗੁਰੂ ਜੀ ਨੇ ਉਸ ਨੂੰ ਕਿਹਾ, ਜਾ ਭਾਈ ਜਾ ਕੇ ਉਹ ਬ੍ਰਿਧਾ ਨੂੰ ਕਹਿ ਵੀ ਰੋ ਨਾ, ਅੰਮ੍ਰਿਤ ਵੇਲੇ ਦਾ ਟਾਈਮ ਹੈ, ਨਾਮ ਜਪ। ਇਹ ਗੱਲਾਂ ਸੁਣ ਕੇ ਭਾਈ ਬੱਲੂ ਮਹਾਰਾਜ ਜੀ ਤੋਂ ਬਾਹਰ ਆ ਗਿਆ ਹੈ। ਸਤਿਗੁਰ ਆਗਿਆ ਦੀਨਸ ਤੋਹੇ, ਅੰਮ੍ਰਿਤ ਸਮੈ ਤੂਸਨੀ ਹੋਏ। ਭਾਈ ਬੱਲੂ ਨੇ ਕਿਹਾ ਬੀਬੀ ਨੂੰ, ਕਹਿੰਦੇ ਬੀਬੀ ਗੁਰੂ ਸਾਹਿਬ ਜੀ ਨੇ ਆਗਿਆ ਦਿੱਤੀ ਹੈ, ਹੁਣ ਨਾ ਰੋ, ਅੰਮ੍ਰਿਤ ਵੇਲੇ ਦਾ ਟਾਈਮ ਹੈ, ਤੂੰ ਚੁੱਪ ਹੋ ਜਾ। ਸਵੇਰ ਹੁੰਦਿਆਂ ਹੀ ਗੁਰੂ ਸਾਹਿਬ ਤੇਰਾ ਦੁੱਖ ਦੂਰ ਕਰ ਦੇਣਗੇ। ਹੋਤ ਪ੍ਰਾਤ ਤਬ ਨੰਦਨ ਤੇਰਾ, ਦੇਹ ਜੀਵਾਏ ਨਾ ਕਰਹੀ ਦੇਰਾ। ਜਿਵੇਂ ਸਵੇਰ ਹੋਏਗੀ ਗੁਰੂ ਸਾਹਿਬ ਜੀ ਤੇਰੇ ਨੰਦਨ ਨੂੰ, ਤੇਰਾ ਜਿਹੜਾ ਇੱਕੋ ਇੱਕ ਲੜਕਾ ਹੈ, ਇਸ ਨੂੰ ਜੀਵਿਤ ਕਰ ਦੇਣਗੇ। ਸ਼ਬਦ ਰੁਦਨ ਕੋ ਨਹੀਂ ਉਠਾਵੋ, ਬੈਠੀ ਰਹੋ ਰਾਮ ਗੁਣ ਗਾਵੋ। ਇਸ ਕਰਕੇ ਹੁਣ ਰੋਣ ਵਾਲੇ ਸ਼ਬਦ ਨਾ ਤੂੰ ਗਏ, ਚੁੱਪ ਕਰ ਜਾ। ਜਿਵੇਂ ਚੁੱਪ ਹੋਏਗੀ ਤੇਰਾ ਦੁੱਖ ਦੂਰ ਹੋਏਗਾ। ਸਾਧ ਸੰਗਤ, ਇੱਕ ਬੇਨਤੀ ਹੋਰ ਵੀ ਮੈਂ ਆਪ ਜੀ ਸਾਹਮਣੇ ਕਰਾਂ। ਆਪਾਂ ਕਈ ਵਾਰੀ ਸ਼ਬਦ ਵਰਤੇ ਆ, ਗੁਰੂ ਤੇ ਸ਼ਰਧਾ ਹੋਣੀ ਚਾਹੀਦੀ ਹੈ, ਪਰਮੇਸ਼ਰ ਤੇ ਸ਼ਰਧਾ ਹੋਣੀ ਚਾਹੀਦੀ ਹੈ। ਸ਼ਰਧਾ ਅਸਲ ਦੇ ਵਿੱਚ ਕੀ ਹੈ? ਜਦੋਂ ਵੀ ਵੇਦਾਂ ਦੇ, ਪੁਰਾਣਾਂ ਦੇ, ਧਾਰਮਿਕ ਜਿਹੜੇ ਸ਼ਖਸੀਅਤਾਂ ਪਹੁੰਚ ਗਈਆਂ ਨੇ, ਗੁਰੂ ਸਾਹਿਬ ਜੀ ਦੇ ਬਚਨ, ਇਹਨਾਂ ਨੂੰ ਪ੍ਰਮਾਣਿਕ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈਣਾ, ਇਹਨੂੰ ਸ਼ਰਧਾ ਕਹਿੰਦੇ ਨੇ। ਗੁਰੂ ਦੇ ਦੱਸੇ ਹੋਏ ਮਾਰਗ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲੈਣਾ, ਇਹਨੂੰ ਸ਼ਰਧਾ ਕਹਿੰਦੇ ਨੇ। ਜਿਸ ਮਨੁੱਖ ਨੇ, ਮੈਂ ਬਾਣੀ ਦੇ ਵਿੱਚ ਕਈ ਵਾਰੀ ਸ਼ਬਦ ਪੜ੍ਹੀਦਾ ਹੈ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਮਨੁੱਖ ਨੂੰ ਇਹ ਤਿੰਨੇ ਹੀ ਰੋਗ ਨੇ। ਦੁੱਖ ਰੋਗ ਸਰੀਰ ਦੇ ਵੀ ਨੇ, ਮਾਨਸਿਕ ਵੀ ਨੇ। ਕੁਝ ਮਨੁੱਖ ਦੀਆਂ ਚਿੰਤਾਵਾਂ ਸਰੀਰਿਕ ਨੇ, ਕੁਝ ਇਹਨੂੰ ਸਰੀਰ ਦੇ ਰੋਗ ਲੱਗੇ ਹੋਏ ਨੇ, ਕੁਝ ਮਾਨਸਿਕ ਨੇ। ਮਾਨਸਿਕ ਕਿਹੜੇ ਨੇ? ਕੋਈ ਚੀਜ਼ ਘਰੋਂ ਚਲੀ ਗਈ ਹੈ, ਜੋ ਕੁਝ ਚਲਾ ਗਿਆ ਉਹਨੂੰ ਸੋਚ ਸੋਚ ਕੇ ਮਨੁੱਖ ਦਿਨ ਰਾਤ ਫਿਰ ਸੋਚੀ ਜਾਏ, ਉਹਨੂੰ ਕਹਿੰਦੇ ਨੇ ਇਹ ਮਾਨਸਿਕ ਰੋਗੀ ਹੋ ਗਿਆ। ਜਾਂ ਫਿਰ ਕੁਝ ਮਨੁੱਖ ਨੂੰ ਮਿਲਿਆ ਨਹੀਂ ਹੈ, ਚਾਹਤ ਹੈ ਮਿਲਿਆ ਨਹੀਂ, ਉਹਦੇ ਬਾਰੇ ਦਿਨ ਰਾਤ ਸੋਚੀ ਜਾਏ, ਉਹਨੂੰ ਵੀ ਚਿੰਤਾ ਕਹਿੰਦੇ ਨੇ, ਇਹ ਵੀ ਮਾਨਸਿਕ ਰੋਗ ਹੈ। ਔਰ ਆਪ ਜੀ ਹੈਰਾਨ ਹੋ ਜਾਓਗੇ, ਦੁਨੀਆ ਤੇ 70 ਤੋਂ 80% ਰੋਗ ਮਨ ਤੋਂ ਹੀ ਸ਼ੁਰੂ ਹੁੰਦੇ ਨੇ। ਜਦੋਂ ਮਨ ਚਿੰਤਾ ਕਰ ਕਰਕੇ ਥੱਕ ਜਾਂਦਾ ਹੈ, ਜਦੋਂ ਮਨ ਚਿੰਤਾ ਕਰ ਕਰਕੇ ਅੱਕ ਜਾਂਦਾ ਹੈ, ਫਿਰ ਉਹ ਸਰੀਰ ਦਾ ਰੋਗ, ਉਹ ਮਨ ਤੇ ਰੋਗ ਨਹੀਂ ਰਹਿੰਦਾ, ਉਹ ਸਾਰਾ ਕੁਝ ਸਰੀਰ ਤੇ ਸੁੱਟ ਦਿੰਦਾ ਹੈ। ਫਿਰ ਹੌਲੀ ਹੌਲੀ ਸਰੀਰ ਪ੍ਰਭਾਵਿਤ ਹੁੰਦਾ ਹੈ। ਮਨੁੱਖ ਦੇ ਹੌਲੀ ਹੌਲੀ ਜਿਹੜੇ ਸਰੀਰਿਕ ਅੰਗ ਨੇ, ਅੰਦਰਲੇ ਜਿਹੜੇ ਔਰਗਨਸ ਨੇ, ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਬਾਣੀ ਕਹਿੰਦੀ ਦੁੱਖ ਰੋਗ ਸੰਤਾਪ, ਮਨੁੱਖ ਦੇ ਸੰਤਾਪ ਨੇ, ਸੰਤਾਪਗ੍ਰਸਤ ਮਨੁੱਖ ਹੈ। ਸੰਤਾਪ ਜਿਹੜੇ ਇਹਨੂੰ ਆਦਿ ਰੋਗ ਲੱਗੇ ਹੋਏ ਨੇ, ਕੋਈ ਕਰਮਾਂ ਦਾ ਰੋਗ ਲੱਗਿਆ ਹੋਇਆ ਹੈ, ਕੋਈ ਇਹਦਾ ਐਸਾ ਕਰਮ ਅੱਗੇ ਆ ਗਿਆ ਮਾੜਾ
ਜਿਸ ਕਰਮ ਦੇ ਕਾਰਨ ਇਹਦੀ ਜ਼ਿੰਦਗੀ ਬੇਹਬਲ ਹੋ ਚੁੱਕੀ ਹੈ। ਮਹਾਰਾਜ ਕਹਿੰਦੇ ਇਹ ਤਿੰਨੇ ਖਤਮ ਹੋ ਸਕਦੇ ਨੇ। ਵੇਖੋ ਤਰੀਕਾ ਤੇ ਹੈ, ਉਹ ਵੱਖਰੀ ਗੱਲ ਹੈ। ਮੈਂ ਫਿਰ ਬਾਣੀ ਆਪ ਜੀ ਸਾਹਮਣੇ ਬੇਨਤੀ ਕਰਾਂ, ਮਨੁੱਖ ਪ੍ਰਾਮਾਣਿਕ ਕਿੰਨਾ ਕੁ ਮੰਨਦਾ ਹੈ, ਯਾਦ ਰੱਖਣਾ ਸਾਧ ਸੰਗਤ, ਉਹ ਵੱਖਰੀ ਗੱਲ ਹੈ। ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਦੇ ਵਿੱਚੋਂ ਬੜੇ ਮਹਾਨ ਬੋਲ ਸਪੀਕਰਾਂ ਦੇ ਵਿੱਚੋਂ ਕਹੇ ਜਾਂਦੇ ਨੇ, ਪਰ ਵਿਰਲੇ ਮਨੁੱਖ ਨੇ ਜਿਹੜੇ ਪ੍ਰਾਮਾਣਿਕ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈਂਦੇ ਨੇ। ਕੋਈ ਰਿਸ਼ਤੇਦਾਰ ਬਾਹਰੋਂ ਆਏ, ਜੇ ਸਰੀਰ ਨੂੰ ਕੋਈ ਰੋਗ ਲੱਗਾ ਹੋਏ ਨਾ, ਉਹ ਕੋਈ ਛੋਟੀ ਜੀ ਦਵਾਈ ਦੱਸ ਜਾਏ, ਮਨੁੱਖ ਇਹ ਨਹੀਂ ਵੇਖਦਾ, ਬਸ ਨਾਲ ਇਹ ਕਹਿ ਦੇ ਫਲਾਣਾ ਠੀਕ ਹੋ ਗਿਆ ਇਹਦੇ ਨਾਲ, 2 ਮਨੁੱਖ ਪਹਿਲਾਂ ਵੀ ਠੀਕ ਹੋ ਗਏ ਨੇ, 4 ਹੋ ਗਏ ਨੇ। ਉਹਨੇ ਹਜੇ ਨਾ ਮਨੁੱਖ ਵਿਖਾਏ ਨੇ ਕਿਹੜੇ ਠੀਕ ਹੋਏ ਨੇ, ਸਿਰਫ ਉਹਦੀਆਂ ਗੱਲਾਂ ਸੁਣ ਕੇ ਦਵਾਈ ਨੂੰ ਮਨੁੱਖ ਖਾਣੀ ਸ਼ੁਰੂ ਕਰ ਦਿੰਦਾ। ਵੇਖੇ ਨਹੀਂ, ਮਨੁੱਖ ਨੂੰ ਆਪਣੇ ਨੇੜੇ ਦੇ ਲੋਕਾਂ ਦੀਆਂ ਗੱਲਾਂ ਤੇ ਪੂਰਨ ਵਿਸ਼ਵਾਸ ਹੈ। ਪਰ ਮਾਫ ਕਰਨਾ ਸਾਧ ਸੰਗਤ, ਜੋ ਸਤਿਪੁਰਖਾਂ ਦੇ ਬੋਲ ਨੇ ਇਹਦੇ ਤੇ ਸ਼ਰਧਾ ਮਨੁੱਖ ਦੀ ਬੜੀ ਲੇਟ ਲੱਗਦੀ ਹੈ। ਕਾਰਨ ਕੀ ਹੈ? ਭਾਵ ਇਹ ਗੁਰੂ ਕਹਿੰਦਾ ਹੈ, ਜਿੰਨੇ ਭਗਤ ਹੋਏ ਨੇ ਸਭਨਾਂ ਨੇ ਇੱਕੋ ਸੁਰ ਦੇ ਵਿੱਚ ਇਹ ਰਾਗ ਅਲਾਪਿਆ, ਭਾਈ ਨਾਮ ਜਪੋ, ਭਾਈ ਬੰਦਗੀ ਕਰੋ। ਹਰੇਕ ਮਨੁੱਖ ਨੇ ਇਹੀ ਗੱਲ ਕਹੀ, ਹਰੇਕ ਭਗਤ ਸਾਹਿਬਾਨ ਨੇ ਇਹੀ ਗੱਲ ਕਹੀ, ਬੰਦਗੀ ਕਰੋ। ਬੰਦਗੀ ਕਰਨ ਦੇ ਨਾਲ ਮਨੁੱਖ ਦੀਆਂ ਜਨਮਾਂ ਜਨਮਾਂਤਰਾਂ ਦੀਆਂ ਮੈਲਾਂ ਖਤਮ ਹੋ ਜਾਂਦੀਆਂ ਨੇ। ਪਰ ਅੱਜ ਬੰਦਗੀ ਕਰੇਗਾ, ਅੱਜ ਬੰਦਗੀ ਕਰਨ ਦੇ ਨਾਲ ਫਲ ਅੱਜ ਨਹੀਂ ਹੈ। ਬਸ ਗੱਲ ਇੰਨੀ ਹੈ। ਆਪਾਂ ਜਿਵੇਂ ਆਪਣੇ ਤੌਰ ਤੇ ਵੇਖਦੇ ਹਾਂ, ਦੁਨਿਆਵੀ ਤੌਰ ਤੇ ਕੋਈ ਚੀਜ਼ ਖਾਂਦੇ ਹਾਂ, ਦੁਨਿਆਵੀ ਤੌਰ ਤੇ ਕੋਈ ਵੀ ਪਾਣੀ ਪੀਤਾ ਹੈ, ਉਹਦਾ ਰਿਜ਼ਲਟ ਨਾਲੋਂ ਨਾਲ ਹੈ। ਪਰ ਸਾਧ ਸੰਗਤ ਆਪ ਜੀ ਯਾਦ ਰੱਖਣਾ, ਬੰਦਗੀ ਅੱਜ ਕੀਤੀ ਹੈ, ਫਲ ਤੇ ਅੱਜ ਵੀ ਹੈ, ਪਰ ਉਹ ਫਲ ਸਾਨੂੰ ਵਿਖਿਆ ਨਹੀਂ ਹੈ। ਗੱਲ ਇੰਨੀ ਹੈ। ਅੱਜ ਸਤ ਸੰਗਤ ਕੀਤੀ ਹੈ, ਫਲ ਤੇ ਅੱਜ ਵੀ ਮਿਲਿਆ ਹੈ, ਪਰ ਉਹ ਫਲ ਵਿਖਿਆ ਨਹੀਂ ਹੈ, ਅਦ੍ਰਿਸ਼ ਹੈ ਫਲ। ਰੋਜ਼ ਮਨੁੱਖ ਜਿੰਨੇ ਚੰਗੇ ਕਰਮ ਕਰਦਾ ਹੈ ਉਹਦਾ ਵੀ ਫਲ ਮਿਲਦਾ ਹੈ, ਜੋ ਕੁਛ ਮਾੜਾ ਕਰਦਾ ਹੈ ਉਹਦਾ ਵੀ ਫਲ ਮਿਲਦਾ ਹੈ, ਔਰ ਨਾਲੋਂ ਨਾਲ ਮਿਲਦਾ ਹੈ। ਇਹਦੇ ਵਾਸਤੇ ਇੱਕ ਉਦਾਹਰਣ ਅਕਸਰ ਮੈਂ ਸੰਗਤ ਦੇ ਨਾਲ ਸ਼ੇਅਰ ਕਰਿਆ ਕਰਦਾ। ਇੱਕ ਮਨੁੱਖ ਦੇ ਸਿਰ ਤੇ 100 ਕਿਲੋ ਵਜਨ ਰੱਖਿਆ ਹੋਏ, 100 ਕਿਲੋ ਵਜਨ ਰੱਖਿਆ ਹੈ, ਉਹਦੇ ਸਿਰ ਤੋਂ 2 ਕਿਲੋ ਵਜਨ ਲਾ ਲਓ, ਕੀ ਉਹਨੂੰ ਪਤਾ ਲੱਗੇਗਾ ਉਹਦੇ ਸਿਰ ਤੋਂ 2 ਕਿਲੋ ਵਜਨ ਲੈ ਗਿਆ? ਨਹੀਂ ਪਤਾ ਲੱਗੇਗਾ। 100 ਕਿਲੋ ਵਜਨ ਦੇ ਵਿੱਚੋਂ 2 ਕਿਲੋ ਘੱਟ ਹੋ ਜਾਏ, ਨਹੀਂ ਪਤਾ ਲੱਗਦਾ। ਪਾਈਆ ਵਜਨ ਘੱਟ ਹੋਏ, ਨਹੀਂ ਪਤਾ ਲੱਗਦਾ। ਸਾਧ ਸੰਗਤ ਜਿਸ ਦਿਨ 100 ਵਿੱਚੋਂ 20 ਕਿਲੋ ਵਜਨ ਘਟੇਗਾ, ਉਸ ਦਿਨ ਕਹੇਗਾ ਅੱਜ ਆਰਾਮ ਮਿਲਿਆ। ਐਵੇਂ ਮਨੁੱਖ ਦੇ ਸਿਰ ਤੇ ਜਨਮਾਂ ਜਨਮਾਂਤਰਾਂ ਦੀਆਂ ਇਹਦੇ ਮਨ ਤੇ ਬਾਣੀ ਕਹਿੰਦੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਕਾਲਾ ਸਿਆਹ ਹੋਇਆ ਪਿਆ, ਜਨਮਾਂ ਜਨਮਾਂਤਰਾਂ ਦੀ ਮੈਲ ਹੈ। ਅੱਜ ਸਤ ਸੰਗਤ ਕੀਤੀ ਹੈ, ਉਤਰੀ ਤੇ ਹੈ, ਪਰ ਪਤਾ ਨਹੀਂ ਲੱਗਾ। ਜਿਵੇਂ ਨਿਰੰਤਰ ਕਰੇਗਾ ਔਰ ਨਿਰੰਤਰ ਬੰਦਗੀ ਕਰੇਗਾ, ਮਹੀਨੇ 2 ਦੇ ਵਿੱਚ, ਕਈ ਵਾਰੀ ਤੇ 2 ਦਿਨਾਂ ਵਿੱਚ ਵੀ ਹੋ ਸਕਦਾ ਉਹਦੇ ਕਰਮ ਨੇ, ਕਿ ਪਤਾ ਕਰਮ ਕਦੋਂ ਪ੍ਰਫੁੱਲਤ ਹੋ ਜਾਣ। ਕਈ ਵਾਰੀ ਮਨੁੱਖ ਦੀ ਬੜੀ ਮੂਲ ਸਮੱਸਿਆ ਹੁੰਦੀ ਹੈ, ਕੋਈ ਘਰ ਦੇ ਵਿੱਚ ਬੜੀ ਵੱਡੀ ਪਰੇਸ਼ਾਨੀ ਹੈ, ਕਈ ਵਾਰੀ ਇੱਕੋ ਵਾਰੀ ਬੇਨਤੀ ਕਰਦਾ ਹੈ, ਉਹਦੀ ਮੰਨੀ ਜਾਂਦੀ ਹੈ। ਕਈ ਵਾਰੀ ਸਾਲਾਂ ਬੱਧੀ ਲੱਗਿਆ ਰਹਿੰਦਾ, ਨਹੀਂ ਮੰਨੀ ਜਾਂਦੀ। ਕਾਰਨ ਕੀ ਹੈ? ਉਹਦੇ ਕਰਮ ਨੇ। ਬਾਣੀ ਇਹ ਕਹਿੰਦੀ ਹੈ, ਕਰਮ ਮਨੁੱਖ ਦੇ ਕੱਟੇ ਜਾ ਸਕਦੇ ਨੇ, ਕਰਮ ਖਤਮ ਹੋ ਸਕਦੇ ਨੇ। ਕਰਮ ਖਤਮ ਕਰਨ ਵਾਸਤੇ, ਮਾੜੇ ਕਰਮਾਂ ਨੂੰ ਦੂਰ ਕਰਨ ਵਾਸਤੇ ਇੱਕੋ ਇੱਕ ਉਪਾਅ ਹੈ, ਉਹ ਹੈ ਪ੍ਰਭੂ ਦੀ ਬੰਦਗੀ, ਪਰਮੇਸ਼ਰ ਦਾ ਨਾਮ। ਮੈਂ ਕੱਲ ਵੀ ਬੇਨਤੀ ਕੀਤੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹੀ ਸਵਾਲ ਕੀਤਾ, ਮਹਾਰਾਜ ਕਰਮ ਕੱਟੇ ਜਾਂਦੇ ਨੇ? ਮਹਾਰਾਜ ਕਹਿੰਦੇ ਬਿਲਕੁਲ। ਜਿਵੇਂ ਮੋਹਰ ਦੇ ਅੱਖਰ ਪੁੱਠੇ ਹੁੰਦੇ ਨੇ, ਪਰ ਜਿਵੇਂ ਕਾਗਜ਼ ਦੇ ਵੱਜਦੇ ਨੇ, ਮੋਹਰ ਦੇ ਅੱਖਰ ਸਿੱਧੇ ਹੋ ਜਾਂਦੇ ਨੇ। ਕਦੀ ਵੇਖਣਾ ਜਿੰਨੀਆਂ ਸਟੈਂਪਾਂ ਹੁੰਦੀਆਂ ਨੇ, ਅੱਖਰ ਪੁੱਠੇ ਹੁੰਦੇ ਨੇ। ਐਵੇਂ ਮਨੁੱਖ ਦੇ ਮਸਤਕ ਦੇ ਲੇਖ ਪੁੱਠੇ ਹੋਏ ਹੋਣ, ਪਰ ਜਿਵੇਂ ਹੀ ਮਸਤਕ ਗੁਰੂ ਦੇ ਸ਼ਬਦਾਂ ਦੇ ਉੱਤੇ, ਪ੍ਰਾਮਾਣਿਕ ਗੱਲਾਂ ਦੇ ਉੱਤੇ ਢੁੱਕ ਜਾਂਦਾ ਹੈ, ਲੇਖ ਵੀ ਬਦਲਣੇ ਸ਼ੁਰੂ ਹੋ ਜਾਂਦੇ ਨੇ ਸਾਧ ਸੰਗਤ। ਔਰ ਇਹ ਅਤ ਕਥਨੀ ਨਹੀਂ ਹੈ, ਇਹ ਉਹਨਾਂ ਨੇ ਗੱਲਾਂ ਕਹੀਆਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤੀਆਂ ਨੇ। ਇਸ ਕਰਕੇ ਮਹਾਰਾਜ ਸਾਹਿਬ ਜੀ ਦੇ ਕੋਲ ਉਹ ਬੀਬੀ ਆਉਂਦੀ ਹੈ, ਉਹਨੂੰ ਭਾਈ ਬੱਲੂ ਕਹਿੰਦਾ, ਬੀਬੀ ਤੂੰ ਗੁਰੂ ਦੇ ਬਚਨ ਤੇ ਵਿਸ਼ਵਾਸ ਰੱਖ,
ਕਿਉਂਕਿ ਗੁਰੂ ਜਿਹੜਾ ਵੀ ਮੁੱਖ ਚੋਂ ਬਚਨ ਬੋਲਦਾ ਐਵੇਂ ਨਹੀਂ ਬੋਲਦਾ। ਔਰ ਬਾਣੀ ਦੇ ਵਿੱਚ ਜਿੰਨੇ ਵੀ ਬਚਨ ਨੇ, ਗੁਰੂ ਨਾਨਕ ਸਾਹਿਬ ਨੇ ਇੱਕ ਬੜੀ ਵੱਡੀ ਗੱਲ ਕਹੀ, ਕਹਿੰਦਾ ਇਹ ਜਿਹੜੀ ਬਾਣੀ, ਮਹਾਰਾਜ ਕਹਿੰਦੇ ਨੇ ਜਿਹੜੀ ਬਾਣੀ ਮੈਂ ਕਹਿ ਰਿਹਾ ਇਹ ਮੇਰੀ ਨਹੀਂ ਹੈ। ਉਹ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ। ਉਹਨਾਂ ਤੇ ਇਹ ਵੀ ਕਿਹਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਬਾਣੀ ਮੇਰੀ ਨਹੀਂ ਹੈ, ਇਹ ਤੇ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਇਹ ਨਹੀਂ ਹੈ ਇਹ ਬਾਣੀ ਨੂੰ ਕੋਈ, ਜਿਹੜੀ ਬਾਣੀ ਸਾਧ ਸੰਗਤ ਸਾਂਝੀ ਨਹੀਂ ਨਾ ਹੁੰਦੀ ਉਹ ਸੱਚੀ ਵੀ ਨਹੀਂ ਹੁੰਦੀ। ਜਿਹੜੀ ਚੀਜ਼ ਸਾਂਝੀ ਨਹੀਂ ਨਾ ਹੁੰਦੀ ਉਹ ਸੱਚੀ ਵੀ ਨਹੀਂ ਹੁੰਦੀ। ਜਿਹੜੀ ਚੀਜ਼ ਸਾਰਿਆਂ ਦੀ ਨਹੀਂ ਨਾ ਬਣ ਸਕਦੀ ਉਹ ਸੱਚੀ ਨਹੀਂ ਹੁੰਦੀ। ਸੱਚ ਕਿਸੇ ਇੱਕ ਦਾ ਨਹੀਂ ਹੁੰਦਾ, ਜੋ ਕਿਸੇ ਇੱਕ ਦਾ ਹੈ ਉਹ ਸੱਚ ਵੀ ਨਹੀਂ ਹੈ। ਜੋ ਕਿਸੇ ਇੱਕ ਦਾ ਹੈ ਉਹ ਸੱਚ ਨਹੀਂ ਹੈ, ਜੋ ਸਾਰਿਆਂ ਦਾ ਹੈ ਸੱਚ ਉਹ ਹੈ। ਇਹ ਨਹੀਂ ਹੈ ਸੱਚਾਈ। ਵੇਖੋ ਆਪਾਂ ਦੁਨਿਆਵੀ ਤੌਰ ਤੇ ਇੱਕ ਚੀਜ਼ ਲੈਂਦੇ ਆ, ਸਰੀਰਿਕ ਤੌਰ ਦੇ ਉੱਤੇ ਸਰੀਰ ਦੇ ਵਿੱਚ ਵਾਤ, ਪਿੱਤ ਤੇ ਕਫ ਤਿੰਨਾਂ ਚੀਜ਼ਾਂ ਕਰਕੇ ਰੋਗ ਲੱਗਦੇ ਨੇ। ਜੇ ਸਰੀਰ ਦੇ ਅੰਦਰ ਵਾਤ ਖਤਮ ਹੋ ਜਾਏ, ਹੌਲੀ ਹੌਲੀ ਘਟੇ, ਭਾਵੇਂ ਹਿੰਦੂ ਦੇ ਘਟੇ, ਭਾਵੇਂ ਕੋਈ ਮੁਸਲਿਮ ਘਰ 'ਚ ਜਨਮ ਲਿਆ ਉਹਦੇ ਘਟੇ, ਭਾਵੇਂ ਕੋਈ ਸਿੱਖ ਦੇ ਘਟੇ, ਈਸਾਈ ਦੇ ਘਟੇ, ਕਿਸੇ ਦੇ ਵੀ ਸਰੀਰ 'ਚ ਵਾਤ ਘਟੇਗੀ, ਸਰੀਰ ਡਾਵਾਂਡੋਲ ਹੋ ਜਾਏਗਾ। ਗਰਮੀ ਘਟੇਗੀ ਤਾਂ ਵੀ ਡਾਵਾਂਡੋਲ ਹੋ। ਤਿੰਨ ਹੀ ਤਰੀਕੇ ਦੇ ਰੋਗ ਨੇ, ਤਿੰਨਾਂ ਤਰੀਕਿਆਂ ਨਾਲ ਹੀ ਰੋਗ ਲੱਗਦੇ ਨੇ। ਕਿਸੇ ਦੇ ਵੀ ਸਰੀਰ 'ਚੋਂ ਘਟੇ। ਹੁਣ ਇਹ ਸੱਚ ਹੈ। ਇਹ ਨਹੀਂ ਹੈ ਕਿ ਜਿਹੜੇ ਮੁਸਲਮਾਨ ਨੇ ਜਾਂ ਹਿੰਦੂ ਨੇ ਜਾਂ ਸਿੱਖ ਨੇ ਉਹਨਾਂ ਦੀਆਂ ਮੈਡੀਸਿਨ ਵੀ ਅਲੱਗ-ਅਲੱਗ ਨੇ। ਮੈਡੀਸਿਨ ਤਾਂ ਇੱਕੋ ਨੇ, ਰੋਗ ਵੀ ਇੱਕੋ ਜਿਹੇ ਜਿਹੇ ਨੇ, ਡਾਕਟਰ ਵੀ ਇੱਕ ਨੇ। ਨਹੀਂ ਤੇ ਪਹਿਲਾਂ ਕਿੱਡਾ ਵੱਡਾ ਪੰਗਾ ਪੈਣਾ ਸੀ, ਕਹਿਣਾ ਸੀ ਹਿੰਦੂਆਂ ਦਾ ਡਾਕਟਰ ਹੈਗਾ ਇਸ ਸ਼ਹਿਰ 'ਚ ਕਿ ਮੁਸਲਮਾਨਾਂ ਦਾ ਡਾਕਟਰ ਹੈ। ਨਹੀਂ, ਡਾਕਟਰ ਕਿਸੇ ਕਾਸਟ ਦਾ ਹੋਏ ਦਵਾਈਆਂ ਸੇਮ ਨੇ। ਇਹ ਸੱਚ ਹੈ ਨਾ। ਸਰੀਰ ਦੀ ਮਰਿਆਦਾ ਇੱਕ ਹੈ ਤਾਂ ਕਰਕੇ ਸੱਚ ਹੈ। ਇਸ ਕਰਕੇ ਜੋ ਸੱਚਾਈ ਹੈ ਉਹ ਕਿਸੇ ਇੱਕ ਦੀ ਨਹੀਂ ਹੈ। ਜੋ ਕਿਸੇ ਇੱਕ ਦਾ ਹੈ ਉਹ ਸੱਚ ਹੀ ਨਹੀਂ ਹੈ, ਉਹਨੂੰ ਸੱਚ ਕਹਿਣਾ ਹੀ ਨਹੀਂ ਚਾਹੀਦਾ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਇਹ ਜਿਹੜੇ ਪਾਵਨ ਬੋਲ ਕਹੇ ਨੇ ਇਹ ਕਿਸੇ ਇੱਕ ਸਮੁਦਾਇ ਲਈ ਨਹੀਂ ਹਨ। ਇਹ ਤੇ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਇਹ ਤੇ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ। ਇਹ ਸਾਰਿਆਂ ਲਈ ਹੈ। ਆਵੋ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸਿੱਖ, ਸਿੱਖ ਦਾ ਮਤਲਬ ਸਿੱਖਣ ਵਾਲਾ, ਜਿਹੜਾ ਸ਼ਰਧਾ ਧਾਰ ਕੇ ਗੁਰੂ ਦੇ ਸਨਮੁਖ ਆਉਂਦਾ ਹੈ, ਸਮਝਣ ਆਇਆ ਵੀ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਨਾਲ ਮੈਂ ਮਿਲਾਪ ਚਾਹੁੰਦਾ ਹਾਂ। ਤੇ ਜੇ ਪਰਮਾਤਮਾ ਨਾਲ ਮਿਲਾਪ ਚਾਹੁੰਦਾ ਫਿਰ ਕਿਸੇ ਤੋਂ ਵੀ ਪੁੱਛ ਲੈ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਵੀ ਆ ਕੇ ਮਿਲਾਏ। ਦਿੱਲੀ ਜਾਣਾ ਹੈ, ਰਾਹ ਖੁੰਝ ਗਏ ਆ, ਉੱਥੇ ਕਿਸੇ ਨੂੰ ਰਾਹ ਪੁੱਛੀਏ, ਉਹਨੂੰ ਇਹ ਨਹੀਂ ਪਹਿਲਾਂ ਪੁੱਛੀਦਾ ਤੂੰ ਮੁਸਲਮਾਨਾਂ ਚੋਂ ਹੈ ਤਾਂ ਰਾਹ ਪੁੱਛਾਂਗਾ, ਨਹੀਂ ਪੁੱਛਦੇ। ਉਹਨੂੰ ਇਹ ਨਹੀਂ ਪੁੱਛਿਆ ਜਾਂਦਾ ਤੂੰ ਹਿੰਦੂਆਂ ਚੋਂ ਹੈ ਤਾਂ ਰਾਹ ਪੁੱਛਾਂਗਾ, ਨਹੀਂ। ਸਾਨੂੰ ਰਾਹ ਚਾਹੀਦਾ ਹੈ, ਦੱਸ ਕੋਈ ਵੀ ਦਵੇ, ਸਾਧਨ ਕੋਈ ਵੀ। ਮਨੁੱਖ ਦੀ ਪਿਆਸ ਪਰਮਾਤਮਾ ਹੈ, ਦੱਸ ਕੋਈ ਵੀ ਦਵੇ। ਦੱਸਣ ਦਾ ਕੀ ਹੈ? ਤੁਰਨਾ ਸਿੱਧਾ ਰਾਸਤੇ ਤੇ ਕੋਈ ਵੀ ਤੋਰੇ। ਮੈਂ ਫਿਰ ਕਹਿ ਦਿਆਂ, ਸੱਚਾਈ ਦੀ ਗੱਲ ਕੋਈ ਵੀ ਕਰੇ ਸੁਣ ਲੈਣੀ ਚਾਹੀਦੀ ਹੈ। ਸੱਚਾਈ ਧਰਮਾਂ ਨਾਲ ਵੰਡੀ ਹੋਈ ਨਹੀਂ ਹੈ, ਸੱਚ ਸਾਰਿਆਂ ਦਾ ਸਾਂਝਾ ਹੈ। ਗੁਰੂ ਸਾਹਿਬ ਜੀ ਨੇ ਬੋਲ ਕਹੇ, ਭਾਈ ਬੱਲੂ ਨੇ ਉਹ ਵਿਧਵਾ ਨੂੰ ਆ ਕੇ ਦੱਸੇ, ਕਹਿੰਦੇ ਮਾਈ ਤੂੰ ਹੁਣ ਰੋ ਨਾ, ਅੰਮ੍ਰਿਤ ਵੇਲੇ ਦਾ ਸਮਾਂ ਹੈ, ਤੂੰ ਚੁੱਪ ਕਰ ਜਾ। ਗੁਰੂ ਸਾਹਿਬ ਜੀ ਕਹਿੰਦੇ ਨੇ ਮੈਂ ਜਦੋਂ ਬਾਹਰ ਆਵਾਂਗੇ ਤੇਰੇ ਪੁੱਤਰ ਨੂੰ ਜੀਵੰਤ ਕਰ ਦਿਆਂਗੇ। ਸੁਣ ਬੱਲੂ ਕੇ ਬਚ ਸੁਖ ਵਾਰੇ, ਜੀਐ ਪੁੱਤਰ ਨਿਸ਼ਚੈ ਚਿਤ ਧਾਰੇ। ਭਾਈ ਬੱਲੂ ਦੇ ਇਹ ਸੁੱਖ ਦੇਣ ਵਾਲੇ, ਜਿਵੇਂ ਅੰਨੇ ਨੂੰ ਕੀ ਚਾਹੀਦੀਆਂ ਨੇ ਦੋ ਅੱਖੀਆਂ। ਜਦੋਂ ਇਹਨੇ ਸੁਣਿਆ ਵਿਧਵਾ ਨੇ ਮੇਰਾ ਪੁੱਤਰ ਜਿਉ ਪਏਗਾ, ਜਦੋਂ ਜਿਉਣ ਦੀ ਗੱਲ ਸੋਚੀ ਨਾਲੋਂ ਨਾਲ ਹੀ ਚੁੱਪ ਹੋ ਗਈ ਹੈ। ਤਉ ਸੋਗ ਤੇ ਪੀੜਤ ਭਾਰੀ, ਉੱਚੀ ਕੂਕ ਸੁਖ ਕ੍ਰਿਆ ਪੁਕਾਰੀ। ਪਰ ਉਹ ਬੜੀ ਭਾਰੀ ਪੀੜਤ ਸੀ, ਕਿਉਂਕਿ ਕੱਲਾ ਕੱਲਾ ਪੁੱਤਰ ਸੀ, ਚਲਾ ਗਿਆ। ਬੜੀ ਭਾਰੀ ਪੀੜਾ ਦੇ ਵਿੱਚ ਰੋ ਉਠੀ ਤੇ ਉੱਚੀ ਪੁਕਾਰ ਕੇ ਗੱਲ ਕਹਿੰਦੀ ਹੈ। ਕਰਨ ਲੱਗੀ ਬਿਰਲਾਪ ਕਨੇਰਾ, ਮੁਝੇ ਅਲੰਭ ਸਤ ਗੁਰੂ ਤੇਰਾ। ਬੜੀ ਉੱਚੀ ਆਵਾਜ਼ 'ਚ ਕਹਿਣ ਲੱਗੀ, ਹੈ ਸਤਿਗੁਰੂ ਜੀ ਮੈਨੂੰ ਤੇ ਸਿਰਫ ਤੇਰਾ ਹੀ ਆਸਰਾ ਹੈ।
ਹੋਰ ਆਸਰਾ ਹੀ ਕਿਸੇ ਦਾ ਨਹੀਂ। ਸਾਧ ਸੰਗਤ ਗੁਰਬਾਣੀ ਕਹਿੰਦੀ ਆਪ ਵਿਚਾਰ ਮਾਰ ਮਨ ਦੇਖਿਆ ਤੁਝ ਸਾ ਮੀਤ ਨਾ ਕੋਈ। ਜਿਸ ਦਿਨ ਮਨੁੱਖ ਨੇ ਆਪਣੇ ਆਪ ਨੂੰ ਵਿਚਾਰਿਆ, ਮਾਰ ਮਨ ਦੇਖਿਆ, ਮਨ ਨੂੰ ਮਾਰ ਕੇ ਵੇਖਿਆ, ਇੱਕ ਹੀ ਗੱਲ ਪਤਾ ਲੱਗੀ, ਹੈ ਪ੍ਰਮਾਤਮਾ ਤੇਰੇ ਵਰਗਾ ਕੋਈ ਮਿੱਤਰ ਹੀ ਨਹੀਂ। ਜਦੋਂ ਮਨੁੱਖ ਆਪਣੇ ਅੰਦਰ ਦੀਆਂ ਇੰਦਰੀਆਂ ਨੂੰ ਕਾਬੂ ਕਰਦਾ ਹੈ, ਸਮ ਤੇ ਦਮ ਕਰਦਾ ਹੈ, ਕਾਬੂ ਕਰਦਾ ਹੈ, ਬਾਹਰੀਆਂ ਵਾਸ਼ਨਾਵਾਂ ਨੂੰ ਰੋਕਦਾ ਹੈ, ਜਿਸ ਦਿਨ ਇਹਨਾਂ ਨੂੰ ਰੋਕਣ ਤੋਂ ਬਾਅਦ ਆਪਣੇ ਆਪ ਦੀ ਵਿਚਾਰ ਕਰਦਾ ਹੈ, ਆਪਣੇ ਸਹੀ ਸਰੂਪ ਨੂੰ ਜਾਣਦਾ ਹੈ, ਇਹ ਕੌਣ ਹੈ, ਉਸ ਦਿਨ ਇਹਨੂੰ ਇੱਕੋ ਚੀਜ਼ ਪਤਾ ਲੱਗਣੀ ਹੈ, ਰੱਬ ਤੋਂ ਵੱਡਾ ਕੋਈ ਨਹੀਂ। ਸਾਧ ਸੰਗਤ ਉਸ ਦਿਨ ਇਹ ਸ਼ਰਧਾ ਹੁੰਦੀ ਹੈ, ਜਿਸ ਦਿਨ ਅਨੁਭਵ ਹੋਏਗਾ ਉਸ ਦਿਨ ਇੱਕੋ ਗੱਲ ਪਤਾ ਲੱਗਣੀ ਹੈ, ਪ੍ਰਮਾਤਮਾ ਤੇਰੇ ਤੋਂ ਵੱਡਾ ਦੁਨੀਆ ਤੇ ਕੋਈ ਵੀ ਆਸਰਾ ਨਹੀਂ ਹੈ। ਸੁਖ ਬਿਨ ਮੇਰੋ ਕੋ ਜਗ ਨਾਹੀ, ਇੱਕ ਪੁੱਤਰਾ ਮੈਂ ਸੰਕਟ ਮਾਹੀ। ਕਹਿੰਦੀ ਇਸ ਪੁੱਤਰ ਤੋਂ ਬਿਨਾ ਜਗਤ ਦੇ ਉੱਤੇ ਮੇਰਾ ਕੋਈ ਵੀ ਆਸਰਾ ਨਹੀਂ ਹੈ। ਸਰਣ ਆਪ ਕੀ ਆਨ ਰਹੇ ਹਮ, ਇਸ ਕੀ ਲਾਜ ਵਿਚਾਰੋ ਔਰ ਤੁਮ। ਕਿੱਡੀ ਵੇਖੋ ਬੇਨਤੀ ਕਰਨ ਦਾ ਤਰੀਕਾ ਕਿੱਡਾ ਕਮਾਲ ਦਾ ਹੈ। ਕਈ ਵਾਰੀ ਸਾਧ ਸੰਗਤ ਮਨੁੱਖ ਦੇ ਕੋਲ ਤਰੀਕਾ ਹੀ ਨਹੀਂ ਹੁੰਦਾ ਮੰਗਣ ਦਾ, ਕਈ ਵਾਰੀ ਮਨੁੱਖ ਦੇ ਕੋਲ ਤਰੀਕਾ ਹੀ ਨਹੀਂ ਹੈ ਗੱਲ ਕਰਨ ਦਾ। ਬੜੀ ਵਾਰੀ ਮਨੁੱਖ ਆਪਣੇ ਆਪ 'ਚ ਪੰਡਿਤ ਬੜਾ ਵੱਡਾ ਵਿਦਵਾਨ ਹੁੰਦਾ ਹੈ, ਪਰ ਉਹਨੂੰ ਗੱਲ ਕਰਨ ਦਾ ਹਿਸਾਬ ਨਹੀਂ ਹੁੰਦਾ। ਇਹ ਗੁਰੂ ਸਾਹਿਬ ਜੀ ਦੇ ਸਾਹਮਣੇ ਗੱਲ ਕਿੱਡੇ ਤਰੀਕੇ ਨਾਲ ਕਰਦੀ ਹੈ, ਕਿੱਡੀ ਸੋਹਣੀ ਜੁਗਤੀ ਵਰਤੀ ਹੈ। ਜੁਗਤੀ ਕੀ ਵਰਤੀ? ਪਹਿਲੀ ਗੱਲ ਤੇ ਇਹ, ਤੁਹਾਡੇ ਤੋਂ ਬਿਨਾ ਮੇਰਾ ਕੋਈ ਨਹੀਂ ਹੈ। ਦੂਜੀ ਗੱਲ ਇੱਕ ਹੋਰ ਵੀ ਕਹਿੰਦੀ ਹੈ, ਕਹਿੰਦੇ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਈ ਹਾਂ, ਤੁਹਾਡੀ ਸ਼ਰਨ ਤੋਂ ਬਿਨਾ ਹੋਰ ਕੋਈ ਸ਼ਰਨ ਵੀ ਨਹੀਂ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਕਈ ਵਾਰੀ ਸਾਧ ਸੰਗਤ ਆਪ ਜੀ ਕਦੀ ਇਹ ਨੋਟ ਕਰਨਾ, ਕਈ ਵਾਰੀ ਸੜਕਾਂ ਤੇ ਜਾਈਏ, ਰੈੱਡ ਬੱਤੀਆਂ ਤੇ ਜਾਈਏ, ਕਈ ਬੱਚੇ ਮੰਗਣ ਆਉਂਦੇ ਨੇ ਭਿਖਾਰੀ। ਯਾਦ ਰੱਖਣਾ, ਜਿਹੜਾ ਭਿਖਾਰੀ ਓਰੀਜਨਲ ਹੁੰਦਾ ਹੈ ਨਾ, ਉਹਦੇ ਦਿਲ ਦੀਆਂ ਅੰਦਰ ਦੀਆਂ ਜਿਹੜੀਆਂ ਭਾਵਨਾ ਨੇ, ਸਾਡੀਆਂ ਭਾਵਨਾ ਨੂੰ ਟੱਚ ਕਰ ਜਾਂਦੀਆਂ ਨੇ। ਅਸੀਂ ਫਟਾਫਟ ਸੋਚਦੇ ਹਾਂ ਮਨਾ ਇਹਨੂੰ ਦੇ ਦੇ। ਜਿਹੜਾ ਬਹੁਤਾ ਵਿਲਾਪ ਕਰੇ, ਉਹਦੇ ਚਿਹਰੇ ਮੋਹਰੇ ਤੋਂ ਸਾਨੂੰ ਪਤਾ ਲੱਗ ਜਾਂਦਾ ਇਹ ਭਿਖਾਰੀ ਓਰੀਜਨਲ ਹੈ। ਉਹਦੇ ਅੰਦਰ ਦੀਆਂ ਭਾਵਨਾ ਸਾਨੂੰ ਟੱਚ ਕਰ ਜਾਂਦੀਆਂ ਨੇ। ਇਸ ਕਰਕੇ ਸਾਧ ਸੰਗਤ ਪ੍ਰਮਾਤਮਾ ਦੇ ਅੱਗੇ ਵੀ ਜਦੋਂ ਮਨੁੱਖ ਬੇਨਤੀ ਕਰਦਾ ਹੈ ਨਾ, ਜਿਸ ਦਿਨ ਇਹ ਇੱਕ ਵਾਰੀ ਤੇ ਉੱਤੋਂ ਬੇਨਤੀ ਕਰਨੀ, ਹਾਂਜੀ ਪ੍ਰਮਾਤਮਾ ਬਹੁਤ ਵੱਡਾ ਹੈ, ਐਸੀਆਂ ਗੱਲਾਂ ਕਰਨੀਆਂ। ਇੱਕ ਦੂਜੇ ਤਰੀਕੇ ਨਾਲ ਬੇਨਤੀ ਕਰਨੀ, ਜਿਸ ਦਿਨ ਮਨੁੱਖ ਨੂੰ ਇਹ ਲੱਗ ਗਿਆ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਤੋਂ ਬਿਨਾ ਮੇਰਾ ਆਸਰਾ ਹੀ ਕੋਈ ਨਹੀਂ, ਸਾਧ ਸੰਗਤ ਉਸ ਦਿਨ ਮਨੁੱਖ ਦੀ ਜਿਹੜੀ ਕੀਤੀ ਹੋਈ ਅਰਦਾਸ ਬਿਨਾਂ ਸ਼ਬਦਾਂ ਦੀ ਵੀ ਪ੍ਰਮਾਤਮਾ ਤੇ ਪਹੁੰਚ ਜਾਂਦੀ ਹੈ। ਉਸ ਦਿਨ ਪ੍ਰਮਾਤਮਾ ਤੇ ਹੀ ਉਹਦੇ ਅਥਰੂ ਪਹੁੰਚ ਜਾਂਦੇ ਨੇ, ਜਿਸ ਦਿਨ ਓਰੀਜਨਲ ਤਰੀਕੇ ਨਾਲ ਬੰਦਾ ਬੇਨਤੀ ਕਰਦਾ ਹੈ, ਜਿਸ ਦਿਨ ਸਾਰੇ ਆਸਰੇ ਛੱਡ ਦਿੰਦਾ ਹੈ। ਕਿਉਂਕਿ ਮਨੁੱਖ ਨੂੰ ਹਜੇ ਤਾਈਂ ਆਸਰਾ ਕਿਸੇ ਨਾ ਕਿਸੇ ਦਾ ਹੈ, ਭਾਵੇਂ ਸਾਨੂੰ ਲੱਗਦਾ ਨਹੀਂ ਹੈ, ਪਰ ਸੂਖਮ ਤਰੀਕੇ ਦੇ ਵਿੱਚ ਮਨੁੱਖ ਦੇ ਅੰਦਰ ਹੰਕਾਰ ਵੀ ਹੁੰਦਾ ਹੈ ਆਪਣੇ ਬਾਹਰੀ ਤੌਰ ਦੇ ਆਸਰਿਆਂ ਦਾ। ਕਿਸੇ ਨੂੰ ਆਪਣੇ ਬਹੁਤ ਹੀ ਵੱਡੀ ਬਰਾਦਰੀ ਹੋਏ, ਕਿਸੇ ਦੇ ਬੈਂਕ ਦੇ ਵਿੱਚ ਬੈਲੈਂਸ ਹੋਏ, ਉਹਦਾ ਬੜਾ ਮਨੁੱਖ ਨੂੰ ਭਾਵੇਂ ਲੱਗਦਾ ਨਹੀਂ ਹੈ, ਸੂਖਮ ਤਰੀਕੇ ਨਾਲ ਹੰਕਾਰ ਹੁੰਦਾ ਹੈ ਮਨੁੱਖ ਦੇ ਅੰਦਰ। ਔਰ ਉਹਨੂੰ ਜੇ ਪ੍ਰਗਟ ਕਰਾਉਣਾ ਹੋਏ ਉਹਦੇ ਵੀ ਤਰੀਕੇ ਨੇ। ਮਨੁੱਖ ਨੂੰ ਤੇ ਇੱਕੋ ਮਿੰਟ 'ਚ ਹਿਸਾਬ ਲਾ ਲੈਂਦਾ ਬੰਦਾ। ਦੋ ਗੱਲਾਂ ਉਹਨੂੰ ਕਹੋ, ਤੀਜੀ ਗੱਲ ਉਹ ਆਪਣੀ ਕਰ ਲੈਂਦਾ, ਨਾਲੋਂ ਨਾਲ ਹੀ ਕਰ ਲੈਂਦਾ। ਮਨੁੱਖ ਦੇ ਅੰਦਰ ਇਹ ਗੱਲ ਪੱਕੀ ਰਹਿੰਦੀ ਹੈ, ਹੰਕਾਰ ਮਨੁੱਖ ਨੂੰ ਕਿਸੇ ਨਾ ਕਿਸੇ ਚੀਜ਼ ਦਾ ਰਹਿੰਦਾ ਹੈ। ਪਰ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਭਗਤ ਵੀ ਨੇ, ਹਰ ਹੰਕਾਰ ਭਗਤਾਂ ਨੂੰ ਵੀ ਹੁੰਦਾ ਹੈ। ਉਹ ਕਹਿੰਦੇ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਾਹਿਬ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੋ ਬੇਨੰਤੀ। ਭਗਤ ਜਿਹੜੇ ਹੁੰਦੇ ਨੇ ਉਹ ਐਵੇਂ ਕਹਿੰਦੇ ਨੇ, ਇਹ ਪ੍ਰਮਾਤਮਾ ਮੈਨੂੰ ਮਾਣ ਤੇ ਹੈ ਪਰ ਮਾਣ ਤੇਰਾ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਾਹਿਬ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਐਸੀ ਬੇਨਤੀ ਵੀ ਮਨੁੱਖ ਅਕਸਰ ਜਿਹੜੇ ਪ੍ਰਮਾਤਮਾ ਤੇ ਪਹੁੰਚ ਜਾਂਦੇ ਨੇ ਉਹ ਉਸ ਦੇ ਅੱਗੇ ਕਰਦੇ ਹਨ। ਹਾਏ ਹਾਏ ਕਹਿ ਕੂਕ ਪੁਕਾਰੇ, ਪੀਟਤ ਸਿਰ ਕੇ ਬਾਰ ਉਖਾਰੇ। ਹਾਏ ਹਾਏ ਕਰਕੇ ਆਪਣੇ ਸਿਰ ਦੇ ਵਾਲਾਂ ਨੂੰ ਪੁੱਟਦੀ ਹੈ,
ਬੜੀ ਉੱਚੀ ਉੱਚੀ ਆਵਾਜ਼ ਦੇ ਵਿੱਚ ਰੁਦਨ ਕਰ ਰਹੀ ਹੈ। ਤਬ ਬੱਲੂ ਨੇ ਆਨ ਸੁਨਾਈ, ਸ੍ਰੀ ਪ੍ਰਭੂ ਮੈਂ ਕਹਿ ਬਹੁ ਸਮਝਾਈ। ਭਾਈ ਬੱਲੂ ਨੇ ਆ ਕੇ ਸਤਿਗੁਰ ਸਾਹਿਬ ਜੀ ਨੂੰ ਦੱਸਿਆ, ਮਹਾਰਾਜ ਮੈਂ ਉਸ ਨੂੰ ਬੜਿਆਂ ਤਰੀਕਿਆਂ ਨਾਲ ਸਮਝਾਇਆ, ਬੀਬੀ ਤੂੰ ਰੋ ਨਾ, ਉਸ ਨੂੰ ਬੜੇ ਤਰੀਕਿਆਂ ਨਾਲ ਮੈਂ ਸਮਝਾ ਕੇ ਆਇਆ ਹਾਂ। ਸੁਣਤ ਰੁਦਨ ਪੁਨ ਕਰਤ ਕਨੇਰਾ, ਵਿਧਵਾ ਪੁੱਤਰ ਮਰਿਓ ਧਰ ਗੇਰਾ। ਮਹਾਰਾਜ ਜੀ ਮੈਂ ਜਦੋਂ ਉਸ ਨੂੰ ਆਪ ਜੀ ਦੀ ਗੱਲ ਸਮਝਾਈ, ਉਹ ਬਲਕਿ ਰੋਣ ਚੁੱਪ ਹੋਣ ਦੀ ਥਾਂ ਬੜੀ ਉੱਚੀ ਉੱਚੀ ਆਵਾਜ਼ ਦੇ ਵਿੱਚ ਫਿਰ ਆਪਣੇ ਰੋਣ ਲੱਗ ਪਈ ਹੈ। ਤਬ ਕਿਰਪਾਲ ਨਿਕਸੇ ਨਿਜ ਦੁਆਰੇ, ਗਏ ਤਹਾਂ ਜਹ ਰੁਦਨ ਉਚਾਰੇ। ਫਿਰ ਕਿਰਪਾਲੂ ਗੁਰੂ ਜੀ ਉਹਦਾ ਦੁੱਖ ਨਾ ਵੇਖ ਸਕੇ, ਮਹਾਰਾਜ ਬਾਹਰ ਨਿਕਲੇ। ਬਾਹਰ ਨਿਕਲਣ ਤੋਂ ਬਾਅਦ ਉੱਥੇ ਚਲੇ ਗਏ ਹਨ ਜਿੱਥੇ ਉਹ ਬੈਠੀ ਹੋਈ ਰੋ ਰਹੀ ਹੈ। ਨਿਜ ਪਗ ਪੰਕਜ ਸੀਸ ਚੁਹਾਇਓ, ਮ੍ਰਿਤਕ ਪਾਲ ਤਤਕਾਲ ਜੀਵਾਇਓ। ਮਹਾਰਾਜ ਜੀ ਨੇ ਦਇਆ ਦੇ ਘਰ ਵਿੱਚ ਆ ਕੇ ਆਪਣਾ ਪਾਵਨ ਜਿਹੜਾ ਪੈਰ ਹੈ, ਆਪਣਾ ਪਾਵਨ ਚਰਨ ਹੈ, ਉਹ ਬਾਲਕ ਦੇ ਸੀਸ ਨਾਲ ਛੁਹਾਏ। ਬਾਲਕ ਉੱਠ ਕੇ ਖੜਾ ਹੋ ਗਿਆ ਹੈ। ਸੁਤ ਸਮੇਤ ਕਰ ਗੁਰ ਕੋ ਬੰਦਨ, ਗਮਨੀ ਸਦਨ ਸੰਗ ਕਰ ਨੰਦਨ। ਉਹ ਮਹਾਰਾਜ ਪੁੱਤਰ ਨੂੰ ਸਮੇਤ ਲੈ ਕੇ ਗੁਰੂ ਸਾਹਿਬ ਜੀ ਦੇ ਅੱਗੇ ਬੰਦਨਾ ਕਰਕੇ ਆਪਣੇ ਘਰ ਨੂੰ ਚੱਲ ਪਈ ਹੈ। ਸ੍ਰੀ ਗੁਰ ਅਮਰ ਗਏ ਨਿਜ ਥਾਨਾ, ਬੱਲੂ ਸੋ ਇਸ ਰੀਤ ਬਖਾਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਥਾਂ ਤੇ ਚਲੇ ਗਏ ਜਿੱਥੋਂ ਆਏ ਸਨ ਕਮਰੇ 'ਚ। ਜਿਹੜਾ ਨਾਲ ਨਿੱਜੀ ਸੇਵਾਦਾਰ ਭਾਈ ਬੱਲੂ, ਉਸ ਨੂੰ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਮਿਰਤਕ ਜੀਵਾਵਣ ਭਲੀ ਨਾ ਬਾਤ, ਯਾਤੇ ਅਬ ਇਸ ਤੇ ਉਪਰਾਂਤ। ਮਹਾਰਾਜ ਜੀ ਕਹਿੰਦੇ ਨੇ ਮੁਰਦਿਆਂ ਨੂੰ ਜੀਵਿਤ ਕਰਨਾ ਇਹ ਚੰਗੀ ਗੱਲ ਨਹੀਂ ਹੈ, ਪਰ ਇਹ ਵੀ ਪਰਮਾਤਮਾ ਦਾ ਹੁਕਮ ਹੈ। ਕਿਉਂਕਿ ਸਾਧ ਸੰਗਤ ਜੋ ਕੁਝ ਵੀ ਮਨੁੱਖ ਬੋਲਦਾ ਹੈ, ਜਿੱਥੇ ਵੀ ਮਨੁੱਖ ਸਾਰਾ ਦਿਨ ਜਾਂਦਾ ਹੈ, ਹੁਕਮ ਵਿੱਚ ਹੀ ਕਰਦਾ ਹੈ। ਜੋ ਕੁਝ ਵੀ ਕਰ ਰਿਹਾ ਹੈ, ਜਿੱਥੇ ਵੀ ਬੈਠਾ ਹੈ, ਹੁਕਮ ਵਿੱਚ ਹੀ ਹੈ। ਮੈਂ ਕਈ ਵਾਰੀ ਮਸਕੀਨ ਜੀ ਦੀ ਮੈਨੂੰ ਗਾਥਾ ਯਾਦ ਆਉਂਦੀ। ਉਹ ਕਹਿੰਦੇ ਸ਼ੀਸ਼ਗੰਜ ਸਾਹਿਬ ਉਹਨਾਂ ਨੇ ਕਥਾ ਕੀਤੀ, ਜੋ ਕੁਝ ਵੀ ਹੋ ਰਿਹਾ ਹੈ ਦੁਨੀਆ ਤੇ ਸਭ ਹੁਕਮ ਵਿੱਚ ਹੀ ਹੋ ਰਿਹਾ ਹੈ। ਕਹਿੰਦੇ 1984 ਦਾ ਸਾਕਾ ਵਾਪਰਿਆ। ਮਸਕੀਨ ਜੀ ਕਹਿਣ ਲੱਗੇ ਇਹ ਬੜਾ ਮਾੜਾ ਹੋਇਆ ਹੈ, ਐਸਾ ਨਹੀਂ ਸੀ ਹੋਣਾ ਚਾਹੀਦਾ। ਕਹਿੰਦੇ ਕੋਈ ਜਿਗਿਆਸੂ, ਉਹਨੇ ਉਹ ਵੀ ਕਥਾ ਸੁਣੀ ਸੀ ਤੇ ਉਹ ਵੀ ਸੁਣੀ ਸੀ। ਮਸਕੀਨ ਜੀ ਨੂੰ ਬਾਹਰ ਆ ਕੇ ਕਹਿੰਦਾ ਹੈ, ਕਹਿੰਦੇ ਤੁਸੀਂ ਤੇ ਉਸ ਦਿਨ ਕਹਿ ਕੇ ਗਏ ਸੀ ਜੋ ਕੁਝ ਹੁੰਦਾ ਹੈ ਉਹ ਹੁਕਮ ਵਿੱਚ ਹੁੰਦਾ ਹੈ, ਇਹਨੂੰ ਤੁਸੀਂ ਹੁਕਮ ਕਿਉਂ ਨਹੀਂ ਮੰਨਦੇ। ਮਸਕੀਨ ਜੀ ਕਹਿੰਦੇ ਮੈਂ ਇੱਕ ਵਾਰੀ ਤੇ ਬੜਾ ਆਪਣੇ ਆਪ ਦੇ ਵਿੱਚ ਬੜੀ ਮੁਸੀਬਤ ਵਿੱਚ ਫਸ ਗਿਆ। ਕਹਿੰਦੇ ਮੈਂ ਗੁਰੂ ਅੱਗੇ ਬੇਨਤੀ ਕੀਤੀ, ਮਹਾਰਾਜ ਹੁਣ ਇਹਨੇ ਸਵਾਲ ਇਹਨੇ ਕਰ ਲਿਆ ਹੈ, ਜਵਾਬ ਵੀ ਇਹਦਾ ਮਿਲੇਗਾ ਤੇ ਇਹ ਤਾਂ ਇਹਦੇ ਅੰਦਰ ਦੀ ਸ਼ਾਂਤੀ ਪੈਦਾ ਹੋਣੀ ਹੈ। ਕਿਉਂਕਿ ਸਵਾਲ ਵੀ ਆਪਣੇ ਆਪ ਦੇ ਵਿੱਚ ਪਰੇਸ਼ਾਨੀ ਹੈ। ਔਰ ਸਾਧ ਸੰਗਤ ਯਾਦ ਰੱਖਣਾ, ਜਿੱਡਾ ਪਰੇਸ਼ਾਨ ਮਨੁੱਖ ਹੋਏਗਾ ਉਨਿਆਂ ਸਵਾਲਾਂ ਨਾਲ ਭਰਿਆ ਹੋਏਗਾ। ਪਰੇਸ਼ਾਨ ਮਨੁੱਖ ਦੀ ਪਛਾਣ, ਜਿੰਨਾ ਮਨੁੱਖ ਦੁਖੀ ਹੈ ਉਨੇ ਉਹਦੇ ਅੰਦਰ ਸਵਾਲ ਨੇ, ਉਨੇ ਉਹਦੇ ਅੰਦਰ ਪਰੇਸ਼ਾਨੀਆਂ ਜ਼ਿਆਦਾ ਨੇ, ਉਨੀਆਂ ਉਹਦੇ ਅੰਦਰ ਜਦੋਂ ਤਾਈਂ ਉਹਦੇ ਸਵਾਲਾਂ ਦਾ ਜਵਾਬ ਨਹੀਂ ਨਾ ਮਿਲਦਾ, ਪਰੇਸ਼ਾਨੀ ਜਾਂਦੀ ਹੀ ਨਹੀਂ। ਮਸਕੀਨ ਜੀ ਕਹਿਣ ਲੱਗੇ, ਕਹਿੰਦੇ ਮੇਰੇ ਥੋੜ੍ਹੀ ਦੇਰ ਬਾਅਦ ਗੁਰੂ ਦੀ ਕਿਰਪਾ ਨਾਲ, ਪਰਮਾਤਮਾ ਦੀ ਕਿਰਪਾ ਹੋਈ, ਮੈਨੂੰ ਇੱਕ ਗੱਲ ਓੜ ਪਈ। ਕਹਿੰਦੇ ਮੈਂ ਉਸ ਨੂੰ ਕਿਹਾ, ਕਹਿੰਦੇ ਭਾਈ ਜੋ ਮੈਂ ਉਦੋਂ ਬੋਲਿਆ ਸੀ ਉਹ ਸਹੀ ਬੋਲਿਆ ਸੀ, ਜੋ ਅੱਜ ਬੋਲਿਆ ਇਹ ਵੀ ਸਹੀ ਬੋਲਿਆ। ਕਹਿੰਦੇ ਕਿਉਂ? ਕਹਿੰਦੇ ਉਹ ਵੀ ਹੁਕਮ ਵਿੱਚ ਬੋਲਿਆ ਸੀ, ਜੋ ਅੱਜ ਬੋਲਿਆ ਗਿਆ ਇਹ ਵੀ ਹੁਕਮ ਵਿੱਚ ਹੀ ਬੋਲਿਆ ਗਿਆ। ਇਹਨੂੰ ਵੀ ਤੂੰ ਕਿਉਂ ਹੁਕਮ ਨਹੀਂ ਮੰਨਦਾ? ਮੇਰੇ ਤੋਂ ਜੋ ਉਹ ਉਦੋਂ ਕੋ ਆਇਆ ਉਹ ਵੀ ਹੁਕਮ ਦੇ ਵਿੱਚ ਕਿਹਾ ਗਿਆ, ਜੋ ਅੱਜ ਮੈਂ ਬੋਲਿਆ ਇਹ ਵੀ ਹੁਕਮ ਵਿੱਚ ਬੋਲਿਆ। ਸਾਧ ਸੰਗਤ ਬਾਣੀ ਤਾਂ ਕਰਕੇ ਕਹਿੰਦੀ ਹੈ, ਮਨੁੱਖ ਦਾ ਜਿੱਥੇ ਚਾਹ ਪਾਣੀ ਲਿਖਿਆ ਉਹਨੇ ਉੱਥੇ ਛਕਣਾ ਹੀ ਛਕਣਾ। ਕਈ ਵਾਰੀ ਮਨੁੱਖ ਜਾਂਦਾ ਗੱਡੀ ਤੇ, ਕਦੇ ਸੋਚਿਆ ਵੀ ਨਹੀਂ ਹੋਏਗਾ ਕਿਸੇ ਢਾਬੇ ਤੇ ਉੱਥੇ ਬਹਿ ਕੇ ਚਾਹ ਪੀਵਾਂਗੇ, ਗੱਡੀ ਦਾ ਜਾਂਦੇ ਜਾਂਦੇ ਟਾਇਰ ਪੰਕਚਰ ਹੋ ਜਾਂਦਾ ਹੈ, ਮਨੁੱਖ ਉੱਥੇ ਹੀ ਗੱਡੀ ਖਿਲਾਰ ਕੇ ਉੱਧਰ ਚਾਹ ਪੀਣਾ, ਉੱਥੋਂ ਦਾ ਦਾਣਾ ਪਾਣੀ ਲਿਖਿਆ ਸੀ। ਕਈ ਵਾਰੀ ਬੜੀਆਂ ਚੀਜ਼ਾਂ ਐਸੀਆਂ ਨੇ ਮਨੁੱਖ ਨੂੰ ਮਿਲ ਜਾਂਦੀਆਂ ਨੇ ਤੇ ਮਨੁੱਖ ਦੇ ਕੋਲੋਂ ਚਲੀਆਂ ਵੀ ਜਾਂਦੀਆਂ ਨੇ ਹੁਕਮ ਵਿੱਚ। ਪਰ ਮਨੁੱਖ ਦੀ ਇੱਕ ਫਿਤਰਤ ਹੈ, ਜਦੋਂ ਤੇ ਕੁਝ ਆਉਂਦਾ ਹੈ ਉਦੋਂ ਤੇ ਇਹ ਹੁਕਮ ਮੰਨ ਲੈਂਦਾ ਹੈ।
ਜਦੋਂ ਕੁਝ ਚਲਾ ਜਾਏ ਉਹ ਹੁਕਮ ਮੰਨਣਾ ਬੜਾ ਔਖਾ ਹੈ। ਮਨੁੱਖ ਦੇ ਕੋਲੋਂ ਕਿਤੇ 100 ਰੁਪਏ ਵੀ ਉਰਾਂ ਪਰਾਂ ਹੋ ਜਾਣ, ਉਹ ਹੁਕਮ ਮੰਨਣਾ ਵੀ ਬੜਾ ਔਖਾ ਹੈ। ਇੱਕ ਵਾਰੀ ਮਨੁੱਖ ਦਾ ਦਿਲ ਡੋਲਦਾ ਹੈ। ਇਸ ਕਰਕੇ ਸਾਧ ਸੰਗਤ ਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਚੰਗੀ ਬਾਤ ਨਹੀਂ ਹੈ। ਹੁਕਮ ਵਿੱਚ ਹੀ ਸਾਰਾ ਕੁਝ ਹੁੰਦਾ ਹੈ, ਪਰ ਮਹਾਰਾਜ ਕਹਿੰਦੇ ਇੱਕ ਵਾਰ ਅਸੀਂ ਰਾਂਗੇ। ਹੁਣ ਕੋਈ ਵੀ ਬਿਮਾਰ ਹੋ ਕੇ ਗੋਇੰਦਵਾਲ ਸਾਹਿਬ ਦੇ ਵਿੱਚ ਨਹੀਂ ਮਰੇਗਾ। ਨਰ ਤ੍ਰਿਐ ਮਿਰਤਕ ਹੋਏ ਕਬ ਨਾਹੀ, ਜਬ ਲਗ ਤਨ ਧਰ ਹਮ ਪੁਰ ਮਾਹੀ। ਭਾਵ ਕੋਈ ਵੀ ਜਵਾਨੀ ਦੇ ਵਿੱਚ ਮੌਤ ਨਹੀਂ ਹੋਏਗੀ। ਮਹਾਰਾਜ ਸਾਹਿਬ ਜੀ ਨੇ ਇਹ ਵੀ ਗੱਲ ਉੱਥੇ ਕਹੀ ਔਰ ਇਤਿਹਾਸਕਾਰ ਇਸ ਗੱਲ ਨੂੰ ਪ੍ਰਮਾਣਿਕ ਮੰਨਦੇ ਨੇ। ਕਹਿੰਦੇ ਜਦੋਂ ਤਾਈਂ ਅਸੀਂ ਇੱਥੇ ਬੈਠੇ ਹਾਂ ਉਦੋਂ ਤਾਈਂ ਐਸਾ ਮਾਵਾਂ ਦਾ ਪੁੱਤਰਾਂ ਨਾਲੋਂ ਵਿਛੋੜਾ ਨਹੀਂ ਹੋਏਗਾ। ਜਮ ਕੋ ਠਾਕ ਦਿਓ ਤਿਸ ਕਾਲ, ਜੋ ਸਭ ਜੀਵਨ ਕਰਤੋ ਕਾਲ। ਮਹਾਰਾਜ ਸਾਹਿਬ ਨੇ ਉਦੋਂ ਜਮ ਨੂੰ ਠਾਕ ਦਿੱਤਾ, ਉਹਨੂੰ ਰੋਕ ਦਿੱਤਾ ਜੋ ਸਾਰੇ ਜੀਵਾਂ ਦੇ ਪ੍ਰਾਣ ਖਿੱਚਦਾ ਹੈ। ਗੋਇੰਦਵਾਲ ਵਿਖੇ ਨਹੀਂ ਆਵੋ, ਕਿਸ ਕੇ ਪ੍ਰਾਨ ਨਹੀਂ ਬਿਨਸਾਵੋ। ਗੋਇੰਦਵਾਲ ਸਾਹਿਬ ਵਿਖੇ ਤੁਸੀਂ ਨਹੀਂ ਆਉਣਾ ਹੈ ਔਰ ਕਿਸੇ ਦੇ ਪ੍ਰਾਣ ਨਹੀਂ ਖਿੱਚਣੇ ਹਨ। ਦੋਏ ਬੀਸ ਸੰਪਤ ਲਉ ਸਤਗੁਰ, ਲੈ ਗਾਦੀ ਕੋ ਬਸਤ ਭਏ ਪੁਰ। ਗੁਰੂ ਸਾਹਿਬ ਜੀ 22 ਸਾਲ ਤਾਈਂ ਗੋਇੰਦਵਾਲ ਸਾਹਿਬ ਵਿੱਚ ਰਹੇ, 22 ਸਾਲ ਤਾਈਂ ਗੁਰਤਾ ਗੱਦੀ ਤੇ ਵਿਰਾਜਮਾਨ ਰਹੇ ਹਨ। ਤਬ ਲਉ ਇਸਤਰੀ ਪੁਰਖ ਆਨੰਦੇ, ਕਿਸ ਕੇ ਨਹਿ ਜਮ ਪ੍ਰਾਨ ਨਿਕੰਦੇ। ਉਦੋਂ ਤੇ ਮਹਾਰਾਜ ਜੀ ਨੇ ਬੜੇ ਆਨੰਦ ਦੇ ਨਾਲ ਇਸਤਰੀ ਤੇ ਪੁਰਖ ਉੱਥੇ ਗੁਰੂ ਜੀ ਸਾਹਿਬ ਦੀ ਨਗਰੀ ਦੇ ਵਿੱਚ ਵਸਦੇ ਰਹੇ ਹਨ। ਜੁਤ ਪਰਵਾਰ ਬਸੇ ਸੁਖ ਪਾਈ, ਜਮ ਕੋ ਤਰਾਸ ਦਿਓ ਬਿਸਰਾਈ। ਸਾਰੇ ਪਰਿਵਾਰ ਸੁਖ ਪ੍ਰਾਪਤ ਕਰਦੇ ਸਨ। ਸਾਰਿਆਂ ਦੇ ਮਨਾਂ ਦੇ ਵਿੱਚੋਂ ਜਮਾਂ ਦਾ ਭੈ ਨਿਕਲ ਗਿਆ, ਕਿਉਂਕਿ ਸਾਧ ਸੰਗਤ ਗੁਰਬਾਣੀ ਕਹਿੰਦੀ ਹੈ, ਸੱਚੇ ਪਾਤਸ਼ਾਹ ਕਹਿੰਦੇ ਆਗੇ ਜਮ ਦਲ ਬਿਖਮ ਕਣਾ। ਆਪਣੇ ਤੇ ਸ਼ਬਦ ਵਰਤੇ ਨੇ ਗਣਾ। ਆਗੇ ਜਮ ਦਲ ਬਿਖਮ ਗਣਾ, ਰਾਮ ਨਾਮਾ ਉਚਰ ਮਨਾ। ਕਹਿੰਦੇ ਮੇਰਿਆ ਮਨਾ ਸਿਰਫ ਇੱਥੇ ਇੱਥੇ ਨਾ ਵੇਖ, ਇੱਥੋਂ ਬਾਅਦ ਜਿੱਥੇ ਜਾਣਾ ਹੈ ਉੱਥੇ ਜਮਾਂ ਦਾ ਡਰ ਬੜਾ ਤਕੜਾ ਹੈ। ਜਮਾਂ ਨੇ ਬੜੇ ਤਰੀਕੇ ਨਾਲ ਤੈਨੂੰ ਫੜਨਾ ਹੈ। ਇਸ ਕਰਕੇ ਇੱਥੇ ਤੇ 50 ਸਾਲ ਰਵੇਂਗਾ, 70 ਸਾਲ ਰਵੇਂਗਾ, ਪਰ ਤੂੰ 70 ਸਾਲ ਦਾ ਨਹੀਂ ਹੈ। ਹਜ਼ਾਰਾਂ ਸਾਲ ਹੋ ਗਏ ਨੇ ਸ੍ਰਿਸ਼ਟੀ ਵਿੱਚ ਤੈਨੂੰ ਤੁਰੇ ਨੂੰ। ਮਹਾਰਾਜ ਬਾਣੀ 'ਚ ਕਹਿੰਦੇ ਨੇ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਅੱਜ ਦਾ ਨਹੀਂ ਸਾਧ ਸੰਗਤ, ਬੜੇ ਜਨਮਾਂ ਤੋਂ ਮਨੁੱਖ ਪਰਮੇਸ਼ਰ ਤੋਂ ਵਿਛੜਿਆ ਹੋਇਆ। ਇਹਦਾ ਮਤਲਬ ਇਹ ਹੈ ਇਹ ਦੁਬਾਰਾ ਵੀ ਇੱਥੇ ਪਹਿਲਾਂ ਵੀ ਆਇਆ ਹੈ, ਬੜੀ ਵਾਰੀ ਆਇਆ ਹੈ। ਬਾਣੀ ਦੇ ਵਿੱਚ ਤੇ ਮਹਾਰਾਜ ਨੇ ਕਿਹਾ ਕੇਤੇ ਮਾਤ ਪਿਤਾ ਸੁਤ ਧੀਆ, ਕੇਤੇ ਗੁਰ ਚੇਲੇ ਫੁਨ ਹੋਆ। ਪਤਾ ਨਹੀਂ ਕਿੰਨੀ ਵਾਰੀ ਮਾਂ ਬਣਿਆ ਕਿਸੇ ਦੀ, ਕਿੰਨੀ ਵਾਰੀ ਪਿਤਾ ਵੀ ਬਣਿਆ, ਪਤਾ ਨਹੀਂ ਕਿੰਨੀ ਵਾਰੀ ਹੋ ਕੇ ਮਨੁੱਖ ਦੁਬਾਰਾ ਇੱਥੇ ਆਉਂਦਾ ਰਿਹਾ ਹੈ। ਇਹ ਮਨੁੱਖ ਦੇ ਕੋਲ ਸਮਾਂ ਹੈ, ਪਰਮੇਸ਼ਰ ਦੇ ਨਾਲ ਜੁੜ ਕੇ ਜਮਾਂ ਦੀ ਮਾਰ ਤੋਂ ਇਹ ਬਚ ਸਕਦਾ ਹੈ। ਸਾਧ ਸੰਗਤ ਗੁਰੂ ਸਾਹਿਬ ਜੀ ਉੱਥੇ ਰਹੇ ਹਨ, ਸਾਰੀ ਸੰਗਤ ਸੁਖ ਦੇ ਨਾਲ ਵਸਦੀ ਰਹੀ ਹੈ। ਅਚਰਜ ਚਰਿਤ ਗੁਰੂ ਕੇ ਮਹਾ, ਦੀਪਕ ਬਰੈ ਤੇਲ ਨਹਿ ਜਹਾਂ। ਗੁਰੂ ਸਾਹਿਬ ਜੀ ਦੇ ਬੜੇ ਅਚਰਜ ਹੀ ਜਿਹੜੇ ਚਰਿੱਤਰ ਹਨ। ਜਿਵੇਂ ਦੀਪਕ ਤੇਲ ਤੋਂ ਬਗੈਰ ਜਗਦਾ ਹੋਵੇ, ਐਵੇਂ ਗੁਰੂ ਸਾਹਿਬ ਜੀ ਮਹਾਰਾਜ ਜੀ ਜੋਤ ਜਗਮਗ ਕਰ ਰਹੀ ਹੈ। ਸਾਧ ਸੰਗਤ ਨਾਲ ਦੀ ਨਾਲ ਮੈਂ ਆਪ ਜੀ ਨੂੰ ਬੇਨਤੀ ਕਰਾਂ, ਅੱਜ ਦਾ ਜਿਹੜਾ ਦਿਨ ਹੈ, ਅੱਜ ਚਮਕੌਰ ਦੀ ਜੰਗ ਦਾ ਪਹਿਲਾ ਦਿਨ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਪੋਹ ਦਾ ਮਹੀਨਾ ਹੈ, ਬੜਿਆਂ ਸਾਲਾਂ ਤੋਂ ਪੋਹ ਦੇ ਮਹੀਨੇ ਨੂੰ ਇਸ ਦੇਸ਼ ਵਿੱਚ ਅਪਵਿੱਤਰ ਮੰਨਿਆ ਜਾਂਦਾ ਹੈ। ਬਹੁਤੇ ਲੋਕੀ ਅਪਵਿੱਤਰ ਕਰਕੇ ਵੀ ਇਸ ਮਹੀਨੇ ਵਿੱਚ ਕੋਈ ਕਾਰਜ ਨਹੀਂ ਕਰਦੇ। ਭਾਵੇਂ ਅੱਜ ਦੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੋਈ ਕਾਰਜ ਨਹੀਂ ਕੀਤਾ ਜਾਂਦਾ, ਇਸ ਮਹੀਨੇ ਨੂੰ ਵੈਸੇ ਵੀ ਅਪਵਿੱਤਰ ਮੰਨਿਆ ਜਾਂਦਾ ਸੀ, ਪਰ ਗੁਰੂ ਸਾਹਿਬ ਜੀ ਦੀ ਸ਼ਹੀਦੀਆਂ ਨੇ ਇਹਨੂੰ ਵੀ ਪਵਿੱਤਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਤੋਂ ਆਪਣੇ ਵਸਦੇ ਰਸਦੇ ਘਰ ਨੂੰ ਲੋਕਾਈ ਦੇ ਭਲੇ ਲਈ ਛੱਡ ਕੇ, ਔਰ ਉਹਨਾਂ ਜ਼ਾਲਮ ਹਕੂਮਤ ਜਿਨ੍ਹਾਂ ਨੇ ਧਰਮ, ਕਿਉਂਕਿ ਸਾਧ ਸੰਗਤ ਜ਼ਾਲਮ ਮਨੁੱਖ ਵਾਸਤੇ ਧਰਮ ਕੋਈ ਵੈਲਿਊ ਨਹੀਂ ਰੱਖਦਾ ਹੁੰਦਾ।
ਜਿਨ੍ਹਾਂ ਦੇ ਹਿਰਦੇ ਕਠੋਰ ਹੋ ਜਾਂਦੇ ਨੇ, ਉਹਨਾਂ ਦੇ ਵਾਸਤੇ ਧਾਰਮਿਕ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ। ਉਹਨਾਂ ਵਾਸਤੇ ਵੇਦਾਂ ਪੁਰਾਣਾਂ ਦੇ ਸ਼ਾਸਤਰਾਂ ਦੇ ਜਿਹੜੇ ਵਚਨ ਹੁੰਦੇ ਨੇ, ਕੁਰਾਨ ਦੇ ਵਚਨ ਹੁੰਦੇ ਨੇ, ਉਹਨਾਂ ਵਾਸਤੇ ਕੋਈ ਮਾਇਨਾ ਨਹੀਂ ਰੱਖਦੇ। ਇਹ ਤੇ ਸਿਰਫ ਕੋਮਲ ਦਿਲ ਨੇ ਜਿਹੜੇ ਗੁਰੂ ਦਿਆਂ ਵੇਦਾਂ ਪੁਰਾਣਾਂ ਦਿਆਂ ਵਚਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਹਨ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲੇ ਦਿਨ ਅਨੰਦਪੁਰ ਸਾਹਿਬ ਤੋਂ ਜਦੋਂ ਤੁਰੇ, ਸਰਸਾ ਨਦੀ ਤੇ ਹੁੰਦੇ ਹੋਏ ਪਰਿਵਾਰ ਵਿਛੋੜਾ ਹੋਇਆ। ਉਸ ਤੋਂ ਬਾਅਦ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਵਿੱਚ ਸੱਚੇ ਪਾਤਸ਼ਾਹ ਆ ਕੇ ਵਿਰਾਜਮਾਨ ਹੋਏ ਨੇ। ਕੱਲ ਨੂੰ ਅਸੀਂ ਜੋ ਚਮਕੌਰ ਦੀ ਗੜੀ ਦੇ ਵਿੱਚ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੇਖੋ। ਸਾਧ ਸੰਗਤ, ਆਪਣਾ ਛੋਟਾ ਜਿਹਾ ਬਾਲ ਹੋਏ ਨਾ, ਬਾਲ ਕਿਤੇ ਬਾਹਰ ਸਲਿੱਪ ਕਰਕੇ ਵੀ ਡਿੱਗ ਜਾਏ ਤੇ ਮਾਂ ਦੇ ਹਿਰਦੇ ਤੇ ਜੋ ਵਾਪਰਦਾ ਮਾਂ ਜਾਣਦੀ ਹੈ। ਇੱਕ ਪਿਤਾ ਉਹਦੇ ਪੁੱਤਰ ਨੂੰ ਕੋਈ ਕੋਲ ਖਲੋਤਾ ਕੋਈ ਮਾੜਾ ਜਾਂ ਕਿਤੇ ਮਾਰ ਵੀ ਜਾਏ ਨਾ, ਉਹ ਪਿਤਾ ਜਾਣਦਾ, ਉਹਦਾ ਦਿਲ ਕਰਦਾ ਮੈਂ ਫੜ ਕੇ ਮਨੁੱਖ ਨੂੰ ਮਾਰ ਦਿਆਂ। ਜੇ ਕਿਸੇ ਉਹਦੇ ਬਾਲ ਨੂੰ, ਕਿਸੇ ਉਹਦੇ ਪੋਤਰੇ ਨੂੰ, ਮਨੁੱਖ ਦੀਆਂ ਸੰਵੇਦਨਾਵਾਂ ਕਿੰਨੀਆਂ ਜੁੜੀਆਂ ਨੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜ਼ੰਦ ਸਾਹਮਣੇ ਚਮਕੌਰ ਦੀ ਗੜੀ 'ਚ ਮਹਾਰਾਜ ਉੱਤੇ ਖੜੇ ਨੇ, ਸਾਹਮਣੇ ਸਾਧ ਸੰਗਤ ਨੇਜਿਆਂ ਦੇ ਨਾਲ, ਤੀਰਾਂ ਦੇ ਨਾਲ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਵਿੰਨ ਦਿੱਤਾ ਜ਼ਾਲਮਾਂ ਨੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨੂੰ ਅਕਾਲ ਪੁਰਖ ਦਾ ਹੁਕਮ ਮੰਨਦੇ ਹੋਏ ਜੈਕਾਰਾ ਲਗਾ ਰਹੇ ਨੇ। ਸਾਧ ਸੰਗਤ, ਕਿੱਡੀ ਵੱਡੀ ਗੱਲ ਹੈ। ਇਹ ਆਪਣੇ ਆਪ ਦੇ ਵਿੱਚ, ਦੁਨੀਆ ਦੇ ਵਿੱਚ ਇਹਨੂੰ ਲਾਸਾਨੀ ਸ਼ਹੀਦੀ ਕਿਹਾ ਜਾਂਦਾ ਹੈ। ਐਸਾ ਸਾਕਾ ਜੈਸਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੀਤਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਸਾਧ ਸੰਗਤ, ਕਦੀ ਅਸੀਂ ਪੁੱਤਰਾਂ ਵਾਲੇ ਹਾਂ, ਬਾਲਾਂ ਵਾਲੇ ਹਾਂ, ਬੱਚਿਆਂ ਵਾਲੇ ਹਾਂ। ਆਪਣੇ ਹਿਰਦਿਆਂ ਦੇ ਵਿੱਚ ਕਦੀ ਐਸੀ ਚੀਜ਼ ਨੂੰ ਅਨੁਭਵ ਕਰਕੇ ਵੇਖਣਾ, ਕਿਉਂਕਿ ਜਦੋਂ ਤਾਈਂ ਜਿਹੜਾ ਮਨੁੱਖ ਸੂਖਸ਼ਮ ਹੁੰਦਾ ਹੈ ਨਾ, ਉਹ ਨਾਲੋਂ ਨਾਲ ਵੇਖਣਾ, ਆਪਣੇ ਅੰਦਰ ਅਨੁਭਵ ਕਰੇਗਾ। ਉਹਦੇ ਨੇਤਰ ਜਿਹੜੇ ਸੱਜਲ ਹੋ ਜਾਂਦੇ ਨੇ। ਹਰੇਕ ਦੇ ਨਹੀਂ ਹੁੰਦੇ। ਜਿਹਦੇ ਥੋੜੀ ਜਿਹੀ ਸੰਵੇਦਨਾ ਰੱਬ ਨੇ ਜਿਹਦੇ ਅੰਦਰ ਥੋੜਾ ਜਿਹਾ ਤਰਸ ਪਾਇਆ ਹੈ, ਉਹਦਾ ਹਿਰਦਾ ਵਲੁੰਦਰਿਆ ਜਾਂਦਾ ਹੈ ਅੰਦਰੋਂ ਵੀ ਐਸਾ ਵੀ ਹੋਇਆ ਹੋਏਗਾ। ਸੋ ਆਪਾਂ ਕੱਲ ਨੂੰ ਜਿਹੜੀ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਵੀ ਵਿਚਾਰ ਕਰਾਂਗੇ। ਨਾਲ ਨਾਲ ਗੁਰੂ ਸਾਹਿਬ ਦੇ ਦਰਬਾਰ ਵਿੱਚ ਅਕਬਰ ਆਇਆ ਹੈ। ਅਕਬਰ ਨੂੰ ਮਹਾਰਾਜ ਕਿਵੇਂ ਡੀਲਿੰਗ ਕਰਦੇ ਨੇ, ਕਿਵੇਂ ਉਹਦੇ ਨਾਲ ਵਿਹਾਰ ਹੁੰਦਾ ਹੈ, ਉਹਦੇ ਬਾਰੇ ਵੀ ਆਪਾਂ ਕੱਲ ਦੀ ਸੰਗਤ ਵਿੱਚ ਵਿਚਾਰ ਕਰਾਂਗੇ। ਗੁਰੂ ਦੀ ਕਿਰਪਾ ਕਰਨ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਜੋ ਮਨੁੱਖਾ ਜਨਮ ਮਿਲਿਆ ਹੈ, ਦੁਬਾਰਾ ਨਹੀਂ ਮਿਲਦਾ ਹੁੰਦਾ। ਇਹ ਇੱਕੋ ਵਾਰੀ ਮਿਲਿਆ ਹੈ। ਜਿੰਨੇ ਸਵਾਸ ਮਿਲੇ ਨੇ ਬਾਰ-ਬਾਰ ਨਹੀਂ ਮਿਲਣੇ। ਅੱਜ ਦੇ ਸਵਾਸ ਕੱਲ ਨਹੀਂ ਕੰਮ ਆਉਣਗੇ। ਅੱਜ ਵਾਲੇ ਅੱਜ ਚਲੇ ਗਏ ਨੇ, ਕੱਲ ਵਾਲੇ ਕੱਲ ਨੂੰ ਚਲੇ ਜਾਣਗੇ, ਰਾਤ ਵਾਲੇ ਰਾਤ ਨੂੰ ਚਲੇ ਜਾਣਗੇ। ਸੋ ਇਸ ਕਰਕੇ ਸਵਾਸ ਲਿਮਟਿਡ ਨੇ, ਟਾਈਮ ਵੀ ਮਨੁੱਖ ਦੇ ਕੋਲ ਲਿਮਟਿਡ ਜਿਹਾ ਟਾਈਮ ਹੈ। ਇਸ ਕਰਕੇ ਪ੍ਰਭੂ ਦੀ ਬੰਦਗੀ ਕਰੇ, ਪਰਮੇਸ਼ਰ ਦਾ ਨਾਮ ਲਏ, ਤਾਂ ਜੋ ਗੁਰੂ ਦੇ ਨਾਲ, ਪਰਮੇਸ਼ਰ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸੌਖਾ ਬਣਾ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ ਭੁੱਲ ਚੁੱਕ ਦੇ ਲਈ ਖਿਪਾ ਕਰਨੀ ਜੀ। ਗੁਰੂ ਦੀ ਕਿਰਪਾ ਕਰਨ ਆਪ ਜਿੰਨੇ ਵੀ ਸਤ ਸੰਗੀ ਚੱਲ ਕੇ ਆਉਂਦੇ ਹੋ, ਸਭਨਾਂ ਦੇ ਘਰਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਦੇਹ ਅਰੋਗਤਾ ਦੀ ਦਾਤ ਬਖਸ਼ਣ। ਆਪ ਜੀ ਇਸੇ ਤਰੀਕੇ ਨਾਲ ਗੁਰੂ ਘਰ ਆ ਕੇ ਗੁਰੂ ਸਾਹਿਬ ਜੀ ਦੀ ਜੋ ਪਰਮੇਸ਼ਰ ਦੀ ਵਿਚਾਰ ਗੁਰੂ ਜੀ ਕਰਦੇ ਨੇ, ਉਸ ਨੂੰ ਸ਼ਰਵਣ ਕਰਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।